ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਆਦਿ ਸੱਚ ਜੁਗਾਦਿ ਸੱਚ, ਹੈ ਭਿ ਸੱਚ ਨਾਨਕ ਹੋਸੀ ਭਿ ਸੱਚ। ਆਦਿ ਸੱਚ ਜੁਗਾਦਿ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਰਨਾ ਨਿਧਾਨ ਗਰੀਬ ਨਿਵਾਜ। ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ, ਨਿਉਟਿਓ ਕੀ ਓਟ ਨਿਆਸਰਿਓ ਕੇ ਆਸਰੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਮਿਲ ਬੈਠੇ ਸਤਿਗੁਰਾਂ ਦੇ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ। ਵਡਭਾਗੀ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸੁਭਾਗ ਭਰਾ ਸਮਾਂ ਬਖਸ਼ਿਸ਼ ਕੀਤਾ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਪੂਰਬਲੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਕਿ ਜੋ ਗੁਰੂ ਕੀ ਸੰਗਤ ਪ੍ਰਾਪਤ ਹੋਈ ਹੈ। ਸਤਿਗੁਰਾਂ ਦੇ ਸੁੰਦਰ ਦੀਵਾਨ ਸਜੇ ਹਨ। ਸੋ ਦਾ ਰਹਿਰਾ ਸਾਹਿਬ ਆਰਤੀ ਆਰਤਾ ਦੇ ਜਾਪ ਆਪ ਜੀ ਨੇ ਸ਼ਰਵਣ ਕੀਤੇ। ਚੱਲ ਰਹੀ ਲੜੀਵਾਰ ਕਥਾ ਵਿਚਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਨੂੰ ਸਮਰਪਿਤ ਸੁਖਮਣੀ ਸਾਹਿਬ ਦੀ ਵਿਚਾਰ ਜੋ ਪਿਛਲੇ ਦਿਨਾਂ ਤੋਂ ਆਪਾਂ ਕਰਦੇ ਆ ਰਹੇ ਹਾਂ। 16ਵੀਂ ਅਸ਼ਟਪਦੀ ਤੱਕ ਵਿਚਾਰ ਕਰ ਰਹੇ ਹਾਂ। 17ਵੀਂ ਅਸ਼ਟਪਦੀ ਤੋਂ ਅੱਜ ਵਿਚਾਰ ਦੀ ਲੜੀ ਅੱਗੇ ਆਰੰਭ ਹੈ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ। ਸੰਪਰਦਾਏ ਸਟੀਕ ਅਨੁਸਾਰ ਜਦੋਂ 16 ਅਸ਼ਟਪਦੀਆਂ ਸੰਪੂਰਨ ਹੋ ਗਈਆਂ, ਉਸ ਵੇਲੇ
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬਾਬਾ ਸ਼੍ਰੀ ਚੰਦ ਜੀ ਆਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਪੁੱਤਰ। ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਜਾਣਦਿਆਂ ਹੋਇਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਸਤਿਕਾਰ ਕੀਤਾ, ਆਦਰ ਮਾਣ ਕੀਤਾ ਆਇਆਂ ਦਾ। ਜਿਸ ਤਰ੍ਹਾਂ ਚੌਥੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਆਪਣੇ ਦਾੜੇ ਦੇ ਨਾਲ ਸਾਫ਼ ਕੀਤੇ ਬੜਾ ਨਿਮਰਤਾ ਦੇ ਵਿੱਚ, ਅਤੇ ਉਦੋਂ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਸੀ ਕਿ ਇਹੋ ਹੀ ਗੱਲ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਤੁਸੀਂ ਵਾਰਸ ਬਣੇ ਹੋ, ਇਹ ਨਿਮਰਤਾ ਹੀ ਤੁਹਾਡੇ ਕੋਲੇ ਮਹਾਨ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਸਤਿਕਾਰ ਕੀਤਾ ਅਤੇ ਨਾਲ ਹੀ ਬਚਨ ਕੀਤੇ ਕਿ ਬਾਬਾ ਜੀ ਤੁਸੀਂ ਧੰਨ ਹੋ, ਚੱਲ ਕੇ ਆਏ ਹੋ, ਵੱਡੇ ਹੋ। ਅੱਗੋਂ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਨਹੀਂ, ਤੁਸੀਂ ਸਾਡਾ ਮਾਣ ਸਨਮਾਨ ਕੀਤਾ, ਉਹ ਠੀਕ ਹੈ, ਪਰ ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਚੱਲ ਰਹੀ ਪੀੜ੍ਹੀ, ਗੁਰੂ ਪੀੜ੍ਹੀ ਅਨੁਸਾਰ ਉਹਨਾਂ ਦੇ ਅੱਗੇ 5ਵੇਂ ਸਥਾਨ ਦੇ ਉੱਪਰ ਤੁਸੀਂ ਸੇਵਾ ਨਿਭਾ ਰਹੇ ਹੋ, ਇਸ ਕਰਕੇ ਵਡਿਆਈ ਤੁਹਾਡੀ ਬਣਦੀ ਹੈ, ਸਾਡੀ ਨਹੀਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਕਹਿਣ ਲੱਗੇ ਕਿ ਦੁਨੀਆ ਦੇ ਕਲਿਆਣ ਹਿੱਤ ਇਹ ਅਕਾਲ ਪੁਰਖ ਵਾਹਿਗੁਰੂ ਦੇ ਬੋਲ ਇਕੱਤਰ ਕੀਤੇ ਜਾ ਰਹੇ ਹਨ, ਤੁਸੀਂ ਕਿਰਪਾ ਕਰੋ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਜੀ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ, ਇਹ ਕਾਰਜ ਧੁਰੋਂ ਤੁਹਾਨੂੰ ਹੀ ਬਖਸ਼ਿਸ਼ ਹੋਇਆ ਹੈ, ਸਾਡੇ 'ਤੇ ਨਹੀਂ। ਜੋ ਰਵਾਇਤ ਸਾਡੇ ਪਰੰਪਰਾ ਸਿੱਖ ਇਤਿਹਾਸ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਸ਼ਲੋਕ ਉਚਾਰਨ ਕੀਤਾ। ਬਾਬਾ ਸ਼੍ਰੀ ਚੰਦ ਜੀ ਨੇ ਇਸੇ ਨੂੰ ਬਿਹਾਰੀ ਦੀ ਜਗ੍ਹਾ 'ਤੇ ਸਿਹਾਰੀ ਲਾ ਕਰਕੇ ਉਚਾਰਨ ਕਰ ਦਿੱਤਾ, ਜੋ 17ਵੀਂ ਅਸ਼ਟਪਦੀ ਦਾ ਸ਼ਲੋਕ ਹੈ। ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਅਤੇ ਨਾਲ ਹੀ ਬਚਨ ਕੀਤੇ ਕਿ ਸਾਡੇ ਵਿੱਚ ਸਮਰੱਥਾ ਨਹੀਂ ਕਿ ਅਸੀਂ ਹੋਰ ਕਰ ਸਕੀਏ, ਇਹ ਰਵਾਇਤ ਇਉਂ ਮੰਨੀ ਜਾਂਦੀ ਹੈ। ਸੋ ਅੱਜ 17ਵੀਂ ਅਸ਼ਟਪਦੀ ਤੋਂ ਵਿਚਾਰ ਅੱਗੇ ਆਰੰਭ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਮਾਣ ਬਖਸ਼ਦਿਆਂ ਹੋਇਆਂ ਇਹ ਕਿਰਪਾ ਕੀਤੀ, ਆਓ ਗੁਰੂ ਦਰਬਾਰ ਵਿੱਚ ਹਾਜ਼ਰੀ ਲਵਾਈਏ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਅਸੀਸ ਲਈਏ। ਸਤਿਗੁਰੂ ਜੀਓ, ਤੁਸੀਂ ਆਪ ਹੀ ਕਿਰਪਾ ਕਰੋ, ਆਪ ਹੀ ਕਥਾ ਵਿਚਾਰ ਕਰਾ ਲਓ, ਸਾਡੇ ਮਨ ਨੂੰ ਇਕਾਗਰਤਾ ਬਖਸ਼ੋ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਆਦਿ ਸੱਚ ਜੁਗਾਦ ਸੱਚ। ਆਦਿ ਸੱਚ, ਉਹ ਵਾਹਿਗੁਰੂ ਆਦਿ ਭਾਵ ਮੁੱਢ ਤੋਂ ਸੱਚਾ ਸੀ। ਜੁਗਾਦ ਜੁਗ ਆਦਿ, ਦੋ ਜੁਗਾਂ ਦੇ ਜੋੜੇ ਬਣਾ ਕਰਕੇ ਜੇ ਅਰਥ ਕੀਤਾ ਜਾਵੇ, ਸਤਿਯੁਗ ਅਤੇ ਤ੍ਰੇਤਾ, ਇਸੇ ਤਰ੍ਹਾਂ ਦੁਆਪਰ ਅਤੇ ਕਲਯੁਗ। ਜੁਗ ਆਦਿ, ਜੁਗ ਜੁਗ ਭਾਵ ਦੋ ਕੁੱਲ ਮਿਲਾ ਕੇ ਚਾਰਾਂ ਯੁੱਗਾਂ ਦੇ ਵਿੱਚ ਉਹ ਸੱਚਾ ਹੈ। ਜਾਂ ਦੂਸਰਾ ਅਰਥ ਕੀਤਾ ਜਾਂਦਾ ਹੈ ਜੁਗ ਆਦਿ, ਜਦੋਂ ਇਹ ਯੁੱਗ ਵੀ ਨਹੀਂ ਬਣੇ ਸਨ, ਉਦੋਂ ਜਦੋਂ ਅਰਬਦ ਨਰਬਦ ਧੁੰਦੂਕਾਰਾ ਸੀ, ਸੰਸਾਰ ਦਾ ਹਜੇ ਪਸਾਰਾ ਉਸ ਵਾਹਿਗੁਰੂ ਨੇ ਨਹੀਂ ਸਿਰਜਿਆ ਸੀ। ਸ੍ਰਿਸ਼ਟੀ ਸਾਜਣ ਦਾ ਸੰਕਲਪ ਉਸ ਪਰਮਾਤਮਾ ਦੇ ਹਾਲੇ ਮਨ ਵਿੱਚ ਨਹੀਂ ਆਇਆ ਸੀ। ਉਸ ਵੇਲੇ ਵੀ ਜੁਗ ਆਦਿ, ਯੁੱਗਾਂ ਦੇ ਮੁੱਢ ਵਿੱਚ ਵੀ ਉਹ ਵਾਹਿਗੁਰੂ ਸੱਚਾ ਸੀ। ਆਦਿ ਸ਼ੁਰੂ ਤੋਂ ਬਿਲਕੁਲ, ਜਿਹਨੂੰ ਸੁਫਰ ਅਵਸਥਾ ਕਿਹਾ ਗਿਆ ਹੈ ਜਾਂ ਜਿਹਨੂੰ ਜੀਰੋ ਕਹਿੰਦੇ ਨੇ, ਸ਼ੂਨਿਆ ਕਹਿੰਦੇ ਨੇ, ਉਸ ਵੇਲੇ ਵੀ ਉਹ ਵਾਹਿਗੁਰੂ ਸੱਚਾ ਸੀ। ਯੁੱਗਾਂ ਦੇ ਮੁੱਢ ਵਿੱਚ ਵੀ ਉਹ ਵਾਹਿਗੁਰੂ ਸੱਚਾ ਸੀ। ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਕਈ ਗੁਰਮੁਖ ਭੁਲੇਖੇ ਨਾਲ ਇਹ ਉਚਾਰਨ ਗਲਤ ਕਰ ਜਾਂਦੇ ਨੇ, ਭੇ ਦੀ ਜਗ੍ਹਾ 'ਤੇ ਭੀ ਪੜ ਜਾਂਦੇ ਨੇ, ਭੱਬੇ ਨੂੰ ਬਿਹਾਰੀ ਦੇ ਨਾਲ।
ਸੁਖਮਣੀ ਸਾਹਿਬ ਦੇ ਵਿੱਚ ਪਾਠ ਭੱਬੇ ਨੂੰ ਸਿਹਾਰੀ ਲੱਗੀ ਹੋਈ ਹੈ ਭੇ। ਜਪਜੀ ਸਾਹਿਬ ਦੇ ਵਿੱਚ ਜਦੋਂ ਆਪਾਂ ਆਰੰਭ ਪੜ੍ਹਦੇ ਹਾਂ, ਆਰੰਭ ਦੇ ਵਿੱਚ ਉੱਥੇ ਭੱਬੇ ਨੂੰ ਬਿਹਾਰੀ ਹੈ, ਉੱਥੇ ਭੀ ਪੜ੍ਹਨਾ, ਇੱਥੇ ਭੇ ਹੈ ਭੇ। ਉਹ ਹੁਣ ਵੀ ਸੱਚਾ ਹੈ। ਭੇ ਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚਾ ਹੋਵੇਗਾ। ਅਸ਼ਟਪਦੀ ਚਰਨ ਸਤ ਸਤ ਪਰਸਨਹਾਰ। ਭੇ ਸੱਚ ਨਾਨਕ ਹੋਸੀ ਭੇ ਸੱਚ ਹੈ। ਭੇ ਸੱਚ ਉਹ ਹੁਣ ਵੀ ਸੱਚਾ ਹੈ। ਹੋਸੀ ਮਹਾਰਾਜ ਕਹਿਣ ਲੱਗੇ ਨਾਨਕ ਹੋਸੀ ਭੇ ਸੱਚ, ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਭਾਵੇਂ ਕਿ ਉਹ ਵਾਹਿਗੁਰੂ ਜਦੋਂ ਸ੍ਰਿਸ਼ਟੀ ਨਹੀਂ ਬਣੀ ਸੀ, ਜਦੋਂ ਸਾਰਾ ਬਿਲਕੁਲ ਕੁੱਪ ਹਨੇਰਾ, ਜਿਹਨੂੰ ਪਾਤਸ਼ਾਹ ਨੇ ਬਚਨ ਵਰਤੇ ਅਰਬਦ ਨਰਬਦ ਧੁੰਦੂਕਾਰਾ, ਉਦੋਂ ਵੀ ਸੱਚਾ ਸੀ। ਯੁੱਗਾਂ ਦੇ ਮੁੱਢ ਵਿੱਚ ਵੀ ਸੱਚਾ, ਜਦੋਂ ਯੁੱਗ ਬਣੇ ਉਦੋਂ ਵੀ ਸੱਚਾ, ਯੁੱਗਾਂ ਦੇ ਵਿੱਚ ਵੀ ਸੱਚਾ, ਹੁਣ ਵੀ ਸੱਚਾ ਹੈ। ਜਦੋਂ ਇਹ ਸਭ ਕੁਝ ਖਤਮ ਹੋ ਜਾਏਗਾ ਉਦੋਂ ਵੀ ਸੱਚਾ ਹੀ ਰਹੇਗਾ। ਚਰਨ ਸਤ ਸਤ ਪਰਸਨਹਾਰ, ਉਸ ਵਾਹਿਗੁਰੂ ਦੇ ਜਿਹੜੇ ਚਰਨ ਹਨ, ਪਵਿੱਤਰ ਮੁਬਾਰਕ ਚਰਨ ਹਨ, ਉਹ ਸੱਚ ਸਰੂਪ ਹਨ। ਅਤੇ ਉਹਨਾਂ ਚਰਨਾਂ ਨੂੰ ਜਿਹੜੇ ਪਰਸਨ ਵਾਲੇ ਹਨ, ਭਾਵ ਚਰਨਾਂ 'ਤੇ ਨਮਸਕਾਰ ਕਰਨ ਵਾਲੇ ਜਿਹੜੇ ਸੇਵਕ ਜਨ ਹਨ, ਉਹ ਵੀ ਸੱਚੇ ਹਨ। ਪੂਜਾ ਸਤ ਸਤ ਸੇਵਾਦਾਰ। ਪੂਜਾ ਸਤ ਸਤ ਸੇਵਦਾਰ, ਉਸ ਵਾਹਿਗੁਰੂ ਦੀ ਪੂਜਾ ਵੀ ਸੱਚੀ ਹੈ। ਦੁਨੀਆ ਦੀ ਪੂਜਾ ਝੂਠੀ ਹੋ ਸਕਦੀ ਹੈ, ਪਰ ਜਿਸ ਵਿੱਚ ਸੱਚ ਹੈ, ਸੱਚ ਤੋਂ ਬਗੈਰ ਹੋਰ ਕੁਝ ਨਹੀਂ, ਐਸੇ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਸੱਚੀ ਹੈ। ਅਤੇ ਉਸ ਨੂੰ ਜਿਹੜੇ ਪੂਜਣ ਵਾਲੇ ਨੇ, ਜਿਹੜੇ ਸੇਵਕ ਨੇ, ਸੇਵਾਦਾਰ ਨੇ, ਉਹ ਵੀ ਸੱਚ ਹੀ ਹਨ। ਦਰਸ਼ਨ ਸਤ ਸਤ ਪੇਖਨਹਾਰ, ਉਸ ਵਾਹਿਗੁਰੂ ਦੇ ਦਰਸ਼ਨ ਵੀ ਸੱਚ ਸਰੂਪ ਹਨ। ਅਤੇ ਜਿਹੜੇ ਦਰਸ਼ਨ ਕਰਦੇ ਹਨ ਉਹ ਵੀ ਸੱਚ ਸਰੂਪ ਹੋ ਜਾਂਦੇ ਹਨ। ਨਾਮ ਸਤ ਸਤ ਧਿਆਵਨਹਾਰ, ਨਾਮ ਸੱਚਾ ਹੈ। ਜਿਨ੍ਹਾਂ ਨੇ ਨਾਮ ਨੂੰ ਧਿਆਇਆ ਉਹ ਵੀ ਸੱਚ ਸਰੂਪ ਹੋ ਗਏ ਹਨ। ਪਾਤਸ਼ਾਹ ਨੇ ਬੜੀਆਂ ਵਡਿਆਈਆਂ ਨਾਮ ਦੇ ਬਾਬਤ ਗੁਰਬਾਣੀ ਵਿੱਚ ਦਿੱਤੀਆਂ ਹਨ। ਰੋਜ਼ਾਨਾ ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਬਿਲਕੁਲ ਅਖੀਰ ਦੇ ਵਿੱਚ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਜਪਿਆ, ਮਹਾਰਾਜ ਜੀ ਕਹਿਣ ਲੱਗੇ, ਉਹ ਮਸ਼ੱਕਤਾਂ ਘਾਲ ਕੇ ਇਸ ਲੋਕ ਤੋਂ ਚਲੇ ਗਏ। ਮੰਨੈ ਤਰੈ ਤਾਰੇ ਗੁਰ ਸਿੱਖ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਮੰਨਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਓ। ਵਾਹਿਗੁਰੂ ਨਾਲ ਜਿਨ੍ਹਾਂ ਨੇ ਪ੍ਰੇਮ ਕੀਤਾ, ਪਹਿਲਾਂ ਸੁਣਿਆ ਫਿਰ ਮੰਨਿਆ ਫਿਰ ਪ੍ਰੇਮ ਕੀਤਾ, ਇਉਂ ਸਤਿਗੁਰਾਂ ਦੀ ਉਹਨਾਂ 'ਤੇ ਕਿਰਪਾ ਹੋਈ। ਸਤਿਗੁਰੂ ਜੀ ਕਹਿੰਦੇ ਨੇ, ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਉਹਨਾਂ ਦੇ ਕਾਰਜ ਜਿਹੜੇ ਨੇ ਉਹ ਰਾਸ ਆ ਜਾਂਦੇ ਹਨ। ਇਉਂ ਸਤਿਗੁਰੂ ਜੀ ਕਹਿੰਦੇ, ਨਾਮ ਸਤ ਸਤ ਧਿਆਵਨਹਾਰ। ਵਾਹਿਗੁਰੂ ਦਾ ਨਾਮ ਸੱਚਾ ਹੈ ਅਤੇ ਉਹਨੂੰ ਧਿਆਉਣ ਵਾਲੇ ਵੀ ਸੱਚੇ ਹੋ ਜਾਂਦੇ ਹਨ। ਆਪ ਸਤ ਸਤ ਸਭ ਧਾਰੀ, ਉਹ ਵਾਹਿਗੁਰੂ ਆਪ ਸੱਚ ਸਰੂਪ ਹੈ। ਅਤੇ ਫਿਰ ਜੋ ਵੀ ਉਸ ਵਾਹਿਗੁਰੂ ਨੇ ਸਿਰਜਿਆ ਹੈ, ਜਿਸ ਤਰ੍ਹਾਂ ਮੱਕੜੀ ਇੱਕ ਜਾਲਾ ਬੁਣਦੀ ਹੈ ਆਪਣੇ ਅੰਦਰੋਂ, ਹੁਣ ਮੱਕੜੀ ਦਾ ਸਰੂਪ ਅਤੇ ਮੱਕੜੀ ਦੇ ਅੰਦਰੋਂ ਜੋ ਜਾਲਾ ਨਿਕਲਦਾ ਹੈ, ਇੱਕ ਸਮਾਂ ਐਸਾ ਆਉਂਦਾ ਮੱਕੜੀ ਆਪ ਹੀ ਉਸ ਜਾਲੇ ਦੇ ਵਿੱਚ ਫਸ ਜਾਂਦੀ ਹੈ। ਪਰ ਪਰਮਾਤਮਾ ਆਪ ਸੱਚ ਸਰੂਪ ਹੈ। ਉਸਨੇ ਸ੍ਰਿਸ਼ਟੀ ਸਾਜੀ, ਉਹ ਵੀ ਸੱਚ ਸਰੂਪ ਹੀ ਸਾਜੀ ਹੈ। ਬੇਸ਼ੱਕ ਦੋ ਪਾਖੇ ਦੇ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਕਦੇ ਵੀ ਕਿਸੇ ਇਸ ਬਹਿਸ ਵਿੱਚ ਨਹੀਂ ਪੈਣਾ ਜੀ ਇਸ ਤਰ੍ਹਾਂ ਲਿਖਿਆ। ਕਿਸੇ ਵੀ ਪੱਖ 'ਤੇ ਗੱਲ ਕੀਤੀ ਜਾਵੇ, ਗੁਰਬਾਣੀ ਵਿੱਚ ਦੋਨੋਂ ਪੱਖ ਹਨ। ਹੁਣ ਇੱਕ ਪਾਸੇ ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਨੇਤਰ ਹੋ ਮੇਰੇ ਹੋ, ਹਰ ਤੂੰ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇੱਕ ਬੰਨੇ 'ਤੇ ਕਿਹਾ ਇਹ ਸੰਸਾਰ ਜ਼ਹਿਰ ਹੈ, ਪਰ ਜੇ ਸੱਚੇ ਦੀ ਬਣਤਰ ਹੈ ਤਾਂ ਫਿਰ ਜ਼ਹਿਰ ਕਿਵੇਂ ਹੋ ਸਕਦਾ ਹੈ?
ਹੁਣ ਪਹਿਲਾ ਪੱਖ ਤਾਂ ਇਹ ਕਿ ਸੰਸਾਰ ਨੂੰ ਜ਼ਹਿਰ ਕਿਹਾ ਹੈ, ਇਹ ਵਿਸ ਸੰਸਾਰ ਤੁਮ ਦੇਖਦੇ, ਹੋਰ ਬੜੇ ਬਚਨ ਨੇ। ਦੂਸਰਾ ਪੱਖ ਆਪਾਂ ਪੜ੍ਹਦੇ ਹਾਂ ਆਸਾ ਦੀ ਵਾਰ ਵਿੱਚ, ਜਿੱਥੇ ਪਾਤਸ਼ਾਹ ਜੀ ਕਹਿੰਦੇ ਨੇ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਸਭ ਕੁਝ ਸੱਚ ਹੀ ਸੱਚ ਹੈ, ਸੱਚ ਹੋ ਔਰੈ ਸਭ ਕੋ ਉੱਪਰ ਸੱਚ ਆਕਾਰ, ਵੀ ਸਭ ਕੁਝ ਸੱਚ ਹੈ। ਹੁਣ ਦੋਨੋਂ ਪੱਖ ਕਿਵੇਂ ਕਹੇ ਗਏ? ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਵਾਹਿਗੁਰੂ ਵਿੱਚ ਅਭੇਦ ਹੋ ਗਏ, ਉਹ ਤੇ ਫਿਰ ਹਰ ਇੱਕ ਜੀਵ ਦੇ ਵਿੱਚ, ਹਰ ਇੱਕ ਪ੍ਰਾਣੀ ਦੇ ਵਿੱਚ ਉਹ ਵਾਹਿਗੁਰੂ ਦਾ ਸਰੂਪ ਦੇਖਦੇ ਨੇ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹਨਾਂ ਲਈ ਸਭ ਕੁਝ ਸੱਚ ਹੈ। ਪਰ ਜਿਨ੍ਹਾਂ ਨੇ ਵਾਹਿਗੁਰੂ ਨੂੰ ਦਰਕਿਨਾਰ ਕਰ ਦਿੱਤਾ, ਆਸਾ ਮਨਸਾ ਤ੍ਰਿਸ਼ਨਾ ਦੇ ਵਿੱਚ, ਪੰਜ ਵਿਕਾਰਾਂ ਦੇ ਵਿੱਚ ਆਪਣੀ ਬਿਰਤੀ ਨੂੰ ਜੋੜ ਲਿਆ, ਜਾਂ ਪੰਜ ਦੋਸ਼ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਵਿੱਚ ਆਪਣੀ ਬਿਰਤੀ ਨੂੰ ਖਚਿਤ ਕਰ ਲਿਆ, ਉਹਨਾਂ ਲਈ ਫਿਰ ਇਹ ਸੰਸਾਰ ਜ਼ਹਿਰਵਤ ਹੋ ਗਿਆ, ਜਿਹੜੇ ਵਾਹਿਗੁਰੂ ਦੇ ਨਾਮ ਤੋਂ ਮੁਨਕਰ ਹੋ ਗਏ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਭਾਈ ਉਹ ਵਾਹਿਗੁਰੂ ਸੱਚਾ ਹੈ, ਵਾਹਿਗੁਰੂ ਦੀ ਬਣਤਰ ਸੱਚੀ ਹੈ। ਉਹ ਜੋ ਵੀ ਕਾਰ ਵਿਹਾਰ ਜੋ ਕੁਝ ਵੀ ਕਰਦਾ ਹੈ ਉਹ ਸੱਚ ਹੀ ਕਰਦਾ ਹੈ, ਸੱਚ ਤੋਂ ਬਗੈਰ ਹੋਰ ਕੁਝ ਵੀ ਨਹੀਂ। ਹਾਂ, ਸਾਡੀ ਪ੍ਰਵਿਰਤੀ ਅਨੁਸਾਰ ਸਾਨੂੰ ਅਲੱਗ-ਅਲੱਗ ਭਾਸਦਾ ਹੈ। ਜਿਸ ਤਰ੍ਹਾਂ ਮ੍ਰਿਗ ਤ੍ਰਿਸ਼ਨਾ ਦੀ ਗੱਲ ਕੀਤੀ ਹੈ ਗੁਰਬਾਣੀ ਦੇ ਵਿੱਚ। ਹੁਣ ਹਰਨ ਨੂੰ ਪਿਆਸ ਲੱਗੀ ਹੁੰਦੀ ਹੈ ਅਤੇ ਰੇਗਿਸਤਾਨ ਦੇ ਵਿੱਚ ਉਹ ਭਟਕਦਾ ਹੈ, ਚਮਕਦੀ ਹੋਈ ਰੇਤਾ ਉਹਨੂੰ ਇੰਝ ਭਾਸਦਾ ਹੈ ਕਿ ਸ਼ਾਇਦ ਪਾਣੀ ਦੀਆਂ ਲਹਿਰਾਂ ਨੇ। ਜਦੋਂ ਭੱਜਦਾ ਉੱਥੇ ਜਾਂਦਾ ਹੈ ਅਤੇ ਪਾਣੀ ਨਹੀਂ ਹੁੰਦਾ, ਉਹ ਰੇਤਾ ਹੀ ਹੁੰਦੀ ਹੈ। ਇਸੇ ਤਰ੍ਹਾਂ ਸਾਡਾ ਮਨ ਜਿਹੜਾ ਹੈ ਉਹ ਸੰਸਾਰ ਦੀਆਂ ਲਹਿਰਾਂ ਦੇ ਵਿੱਚ, ਜਿਹੜੀਆਂ ਕਿ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਇਹ ਵਿਸ ਗੰਦਲਾਂ ਭਰੀਆਂ ਖੰਡ ਲਿਵਾੜ, ਜਿਨ੍ਹਾਂ ਨੂੰ ਅਸੀਂ ਬਹੁਤ ਸੋਹਣਾ ਸਮਝਦੇ ਹਾਂ। ਬਾਬਾ ਜੀ ਕਹਿੰਦੇ ਨੇ ਭਾਈ ਉਹ ਤੇ ਜ਼ਹਿਰ ਦੀਆਂ ਗੰਦਲਾਂ ਨੇ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੁਸੀਂ ਸੱਚ ਦੇਖੋਗੇ ਤੁਹਾਨੂੰ ਸੱਚ ਮਹਿਸੂਸ ਹੋਵੇਗਾ। ਜੇ ਤੁਹਾਡੀ ਬਿਰਤੀ ਦੇ ਅੰਦਰ ਕੂੜ ਕਬਾੜ ਭਰਿਆ ਪਿਆ ਹੈ, ਫਿਰ ਤੁਹਾਡੀ ਪ੍ਰਵਿਰਤੀ ਅਨੁਸਾਰ ਹੀ ਤੁਹਾਨੂੰ ਅੱਗੇ ਦ੍ਰਿਸ਼ਟੀ ਨਜ਼ਰ ਆਵੇਗੀ। ਜਿਸ ਤਰ੍ਹਾਂ ਪਾਤਸ਼ਾਹ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਹੁਣ ਜੋ ਇਸ ਭਾਂਡੇ ਦੇ ਵਿੱਚ ਵਸਤੂ ਪਾ ਦਿੱਤੀ ਹੈ, ਬਚਪਨ ਤੋਂ ਲੈ ਕਰਕੇ ਹੁਣ ਤੱਕ ਕਿੰਨੀ ਉਮਰ ਜਿਹੜੀ ਬਤੀਤ ਹੋ ਚੁੱਕੀ ਹੈ, ਅਤੇ ਜਿਹੜੀ ਵਸਤੂ ਇਹਦੇ ਵਿੱਚ ਪਾਈ ਗਈ ਹੈ, ਜੇ ਤੇ ਨਾਮ ਦੀ ਵਸਤੂ ਪਾਈ ਹੈ ਤੇ ਨਾਮ ਨਿਕਲੇਗਾ, ਅਤੇ ਜੇ ਇਹਦੇ ਵਿੱਚ ਸੰਸਾਰ ਦਾ ਕੂੜ ਕਬਾੜ ਵਿਸ਼ੇ ਵਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਇਕੱਠਾ ਕੀਤਾ ਹੋਇਆ ਹੈ ਅਤੇ ਫਿਰ ਉਹੋ ਹੀ ਬਾਹਰ ਨਿਕਲੇਗਾ, ਕਿਉਂਕਿ ਦ੍ਰਿਸ਼ਟੀ ਦੇ ਵਿੱਚ ਹੀ ਸ੍ਰਿਸ਼ਟੀ ਹੈ। ਪਾਤਸ਼ਾਹ ਜੀ ਬਚਨ ਕਰਦੇ ਹਨ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਜੇ ਇਹਦੇ ਅੰਦਰ ਹੁਣ ਸਾਰੇ ਜ਼ਮਾਨੇ ਦਾ ਜਿਹੜਾ ਕੂੜ ਕਬਾੜ ਇਕੱਠਾ ਕੀਤਾ ਪਿਆ ਹੈ, ਜੇ ਉਹਨੂੰ ਲਾਂਭੇ ਕਰਨਾ ਹੈ, ਜੇ ਇਹਦੇ ਉੱਪਰ ਹੁਣ ਨਾਮ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਉਹਨੂੰ ਲਾਂਭੇ ਕਰਨਾ ਪਵੇਗਾ, ਪਾਸੇ ਕਰਨਾ ਪਵੇਗਾ, ਨਹੀਂ ਤਾਂ ਉਹ ਹਾਵੀ ਰਹੇਗਾ। ਕਿਉਂਕਿ ਨਾਮ ਅਤੇ ਹਉਮੈ ਇਹਨਾਂ ਦਾ ਆਪਸ ਵਿੱਚ ਕੋਈ ਸੁਮੇਲ ਨਹੀਂ ਹੈ। ਪਾਤਸ਼ਾਹ ਨੇ ਗੁਰਬਾਣੀ ਵਿੱਚ ਬੜੇ ਬਚਨ ਕਹੇ ਨੇ। ਮਹਾਰਾਜ ਕਹਿਣ ਲੱਗੇ ਦੋਵੇਂ ਇੱਕ ਥਾਂ 'ਤੇ ਟਿਕ ਨਹੀਂ ਸਕਦੇ, ਇਸ ਕਰਕੇ ਦੂਜੀ ਹੋਵੇ ਪਾਸ, ਇੱਕ ਵਸਤੂ ਨੂੰ ਪਾਸੇ ਕਰਨਾ ਪਵੇਗਾ, ਫਿਰ ਇਹ ਜਿਹੜੀ ਵਸਤੂ ਹੈ ਉਹ ਟਿਕੇਗੀ। ਸੋ ਮਹਾਰਾਜ ਜੀ ਦਾ ਪਸਾਰਾ ਉਹ ਸੱਚਾ ਹੈ, ਆਪ ਸੱਚਾ ਹੈ ਅਤੇ ਉਹਦਾ ਪਸਾਰਾ ਵੀ ਸੱਚਾ ਹੈ। ਆਪੇ ਗੁਣਕਾਰੀ। ਹੁਣ ਇੱਕ ਗੁਣ ਹੈ ਅਤੇ ਇੱਕ ਗੁਣਕਾਰੀ ਹੈ। ਇੱਕ ਉਹ ਵਸਤੂ ਹੈ ਜਿਹਨੂੰ ਖਾਣ ਦੇ ਨਾਲ ਆਪਾਂ ਨੂੰ ਕੁਝ ਚੰਗਾ ਮਹਿਸੂਸ ਹੁੰਦਾ ਹੈ ਜਾਂ ਉਹਦੇ ਕੁਝ ਗੁਣ ਨੇ, ਅਤੇ ਫਿਰ ਉਹ ਵਸਤੂ ਹੀ ਜੇ ਗੁਣ ਰੂਪ ਵੀ ਆਪ ਹੈ ਅਤੇ ਗੁਣਕਾਰੀ ਰੂਪ ਵੀ ਆਪ ਹੈ, ਭਾਵ ਖਾਣ ਵਾਲਾ ਵੀ ਆਪ, ਪੈਦਾਇਸ਼ ਵੀ ਆਪ, ਭੋਗਣਹਾਰਾ ਵੀ ਆਪ, ਗੁਣ ਰੂਪ ਵੀ ਆਪ, ਸਭ ਕੁਝ ਆਪ। ਇਸ ਤੋਂ ਭਾਵ ਇਹ ਹੈ, ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਸਵੈ ਰੂਪ ਦੇ ਵਿੱਚ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ। ਜਿਹੜਾ ਸਹਿ ਭੰਗ ਹੈ ਉਸੇ ਦੀ ਇਹ ਵਿਆਖਿਆ ਹੈ। ਸੁਤੇ ਪ੍ਰਕਾਸ਼ ਸੁਤੇ ਸਿੱਧ, ਆਪਣੇ ਆਪ ਦੇ ਵਿੱਚੋਂ ਆਪ। ਉਹਦਾ ਕੋਈ ਮਾਤਾ ਪਿਤਾ ਨਹੀਂ, ਕੋਈ ਭੈਣ ਭਰਾ ਨਹੀਂ, ਕੋਈ ਮਿੱਤਰ ਬੇਲੀ ਨਹੀਂ। ਉਹ ਆਪਣੇ ਆਪ ਦੇ ਵਿੱਚੋਂ ਆਪ ਹੈ। ਉਹ ਆਪ ਹੀ ਵਸਤੂ ਰੂਪ ਹੈ, ਉਹ ਆਪ ਹੀ ਗੁਣ ਰੂਪ ਹੈ, ਉਹ ਆਪ ਹੀ ਗੁਣਕਾਰੀ ਰੂਪ ਹੈ, ਉਹ ਆਪ ਹੀ ਭੋਗਤਾ ਰੂਪ ਵੀ ਆਪ ਹੈ। ਕਹਿਣ ਤੋਂ ਭਾਵ ਕਿ ਆਪਣੇ ਆਪ ਦੇ ਵਿੱਚੋਂ ਆਪ ਹੀ ਸਾਰਾ ਪਸਾਰਾ ਕਰ ਰਿਹਾ ਹੈ। ਸ਼ਬਦ ਸਤ ਸਤ ਪ੍ਰਭ ਭਗਤਾ। ਉਸ ਵਾਹਿਗੁਰੂ ਦਾ ਜਿਹੜਾ ਸ਼ਬਦ ਹੈ, ਗਿਆਨ ਸ਼ਬਦ ਹੈ ਜੋ, ਜਾਂ ਬ੍ਰਹਮ ਸ਼ਬਦ ਜੋ ਹੈ, ਉਹ ਸਤ ਸਰੂਪ ਹੈ। ਅਤੇ ਫਿਰ ਉਸ ਸ਼ਬਦ ਨੂੰ ਜਿਹੜਾ ਬਕਤਾ, ਹੁਣ ਬਕਤਾ ਸ਼ਬਦ ਜਿਹੜਾ ਹੈ ਬੜਾ ਪਵਿੱਤਰ ਹੈ। ਬਕਤੇ ਦਾ ਅਰਥ ਹੈ ਬਕਨਾ, ਬਕਨਾ ਤੋਂ ਭਾਵ ਕਹਿਣਾ। ਉਸ ਵਾਹਿਗੁਰੂ ਦੇ ਸ਼ਬਦ ਨੂੰ ਕਹਿਣ ਵਾਲੇ ਵੀ ਜਿਹੜੇ ਸੱਚ ਸਰੂਪ ਹਨ। ਸੁਰਤ ਸਤ ਸਤ ਜਸ ਸੁਨਤਾ। ਉਹ ਜੋ ਵਾਹਿਗੁਰੂ ਦੇ ਨਾਮ ਦੇ ਵਿੱਚ ਸੁਰਤੀ ਨੂੰ ਇਕਾਗਰ ਕਰਨਾ ਹੈ, ਵਾਹਿਗੁਰੂ ਦੇ ਨਾਮ ਨੂੰ ਜਦੋਂ ਜਪਣਾ ਹੈ ਉਦੋਂ ਸੁਣਨਾ ਵੀ ਹੈ। ਮਹਾਂਪੁਰਖ ਅਕਸਰ ਕਿਹਾ ਕਰਦੇ ਹਨ ਕਿ ਜਦੋਂ ਬਾਣੀ ਪੜ੍ਹਨੀ ਹੈ ਤੇ ਬਾਣੀ ਨੂੰ ਸੁਣਨਾ ਵੀ ਹੈ। ਇਹ ਨਾ ਹੋਵੇ ਕਿ ਅਸੀਂ ਕੇਵਲ ਪੜ੍ਹੀ ਜਾਈਏ ਅਤੇ ਅਸੀਂ ਕੰਨਾਂ ਦੇ ਨਾਲ ਉਹਨੂੰ ਸੁਣੀਏ ਹੀ ਨਾ। ਜਿੰਨਾ ਸਮਾਂ ਅਸੀਂ ਸੁਣਦੇ ਨਹੀਂ ਉਹਨਾਂ ਸਮਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰੀ ਜਾਂਦੇ ਹਾਂ, ਕਿਉਂਕਿ ਸਾਡਾ ਜਿਹੜਾ ਮਨ ਹੈ ਉਹ ਭੱਜ ਦੌੜਦਾ ਹੈ, ਕਿਤੇ ਦਾ ਕਿਤੇ ਜਾ ਪਹੁੰਚਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਸੁਰਤ ਸਤ ਸਤ ਜਸ ਸੁਨਤਾ। ਉਸ ਵਾਹਿਗੁਰੂ ਦੇ ਵਿੱਚ ਜਿਹੜੀ ਸੁਰਤੀ ਲਾਉਣੀ ਹੈ ਉਹ ਵੀ ਸੱਚ ਸਰੂਪ ਹੈ। ਸਤ ਜਸ ਸੁਣਤਾ, ਫਿਰ ਉਸ ਵਾਹਿਗੁਰੂ ਦੇ ਨਾਮ ਨੂੰ ਜਿਹੜਾ ਸੁਣਨਾ ਹੈ ਉਹ ਵੀ ਸੱਚ ਹੀ ਸੁਣਨਾ ਹੈ। ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਬੁੱਝਨ ਹਾਰ ਕੋ ਸਤ ਸਭ ਹੋਏ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਬੁੱਝ ਲਿਆ, ਜਾਣ ਲਿਆ, ਸਮਝ ਲਿਆ, ਉਹਨਾਂ ਲਈ ਸਾਰਾ ਕੁਛ ਸੱਚ ਸਰੂਪ ਹੀ ਹੋ ਗਿਆ। ਨਾਨਕ ਸਤ ਸਤ ਪ੍ਰਭ ਸੋਏ। ਉਹਨਾਂ ਲਈ ਫਿਰ ਸਾਰੇ ਪਾਸੇ, ਹਰ ਇੱਕ ਪਾਸੇ ਕੇਵਲ ਸਤ ਹੀ ਸਤ, ਸਤ ਤੋਂ ਬਗੈਰ ਹੋਰ ਕੁਝ ਵੀ ਨਹੀਂ। ਸਤ ਸਰੂਪ ਹਿਰਦੈ ਜਿਨ ਮਾਨਿਆ। ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਤ ਸਰੂਪ ਕਰਕੇ ਜਾਣ ਲਿਆ। ਕਰਨ ਕਰਾਵਨ ਤਿਨ ਮੂਲ ਪਛਾਨਿਆ। ਫਿਰ ਉਸ ਨੇ ਕਰਨ ਕਰਾਵਣ, ਸਭ ਕੁਝ ਕਰਤਾ ਰੂਪ, ਕਾਰਨ ਰੂਪ, ਕਰਮ ਰੂਪ, ਜਿੰਨੇ ਵੀ ਰੂਪ ਨੇ ਉਸ ਪ੍ਰਮਾਤਮਾ ਦੇ, ਉਸ ਦੇ ਮੁੱਢ ਨੂੰ ਜਾਣ ਲਿਆ। ਇਹ ਗੱਲ ਸਮਝ ਲਿਆ ਕਿ ਜੋ ਵੀ ਚੰਗਾ ਜਾਂ ਮਾੜਾ ਸੰਸਾਰ ਦੇ ਵਿੱਚ ਹੋ ਰਿਹਾ ਹੈ, ਜੋ ਵੀ ਪਸਾਰਾ ਪਸਰ ਰਿਹਾ ਹੈ, ਇਸ ਦਾ ਕਰਤਾ ਰੂਪ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਉਸ ਮੁੱਢ ਨੂੰ ਪਛਾਣ ਲਿਆ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ। ਕਹਿਣ ਲੱਗੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਪ੍ਰਤੀ ਵਿਸ਼ਵਾਸ ਬੱਝ ਗਿਆ, ਕਿਉਂਕਿ ਜਿੰਨਾ ਸਮਾਂ ਸਾਡਾ ਭਰੋਸਾ ਨਹੀਂ ਬੱਝਦਾ, ਸਾਨੂੰ ਵਿਸ਼ਵਾਸ ਨਹੀਂ ਆਉਂਦਾ, ਉਹਨਾਂ ਸਮਾਂ ਕੁਝ ਵੀ ਨਹੀਂ ਹੋ ਸਕਦਾ। ਸਿਹਤ ਢਿੱਲੀ ਮੱਠੀ ਹੋ ਜਾਵੇ, ਡਾਕਟਰ ਦੇ ਪਾਸੋਂ ਦਵਾਈ ਲੈਣ ਜਾਈਏ ਤਾਂ ਵੀ ਸਾਨੂੰ ਵਿਸ਼ਵਾਸ ਕਰਨਾ ਪੈਂਦਾ ਹੈ ਕਿ ਇਹ ਖਾਣ ਦੇ ਨਾਲ ਅਸੀਂ ਠੀਕ ਹੋ ਜਾਵਾਂਗੇ। ਇਸੇ ਤਰ੍ਹਾਂ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਤਾਂ ਸਾਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਸਾਡੇ ਅੰਦਰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਤਿਗੁਰ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਆਪਣਾ ਆਪ ਅਰਪਣ ਕਰ ਦਿੱਤਾ ਹੈ, ਮੈਂ ਆਪਣਾ ਆਪ ਆਪਣੀ ਬਾਂਹ ਤੈਨੂੰ ਫੜਾ ਦਿੱਤੀ ਹੈ, ਇਹ ਹੁਣ ਲਾਜ ਤੇਰੇ ਹੱਥ ਵਿੱਚ ਹੈ। ਫਿਰ ਸਾਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ, ਉਹਦਾ ਇੱਕ ਬਿਰਦ ਹੈ, ਉਹਦਾ ਇੱਕ ਸੁਭਾਅ ਹੈ ਕਿ ਉਹ ਸ਼ਰਨ ਆਇਆਂ ਦੀ ਰੱਖਦਾ ਹੈ।
ਜਿੰਨਾ ਸਮਾਂ ਸਾਡੇ ਅੰਦਰ ਵਿਸ਼ਵਾਸ ਨਹੀਂ ਵੱਜਦਾ, ਭਰੋਸਾ ਨਹੀਂ ਬਣਦਾ, ਉਹਨਾਂ ਸਮਾਂ ਅਸੀਂ ਸੱਚ ਸਰੂਪ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇਹ ਵਿਸ਼ਵਾਸ ਆ ਗਿਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਗਿਆਨ ਤੋਂ ਭਾਵ ਹੈ ਉਹ ਸ੍ਰੇਸ਼ਟ ਗਿਆਨ, ਦੁਨੀਆ ਦਾ ਗਿਆਨ ਨਹੀਂ। ਦੁਨੀਆ ਦਾ ਗਿਆਨ ਬਹੁਤ ਹੈ ਸਾਰਿਆਂ ਕੋਲੇ। ਜੇਕਰ ਅੱਜ ਕੱਲ੍ਹ ਗੱਲ ਕੀਤੀ ਜਾਵੇ ਤਾਂ ਹਰ ਬੰਦਾ ਹੀ ਸਿਆਣਾ ਹੈ। YouTube ਨੂੰ ਖੋਲ੍ਹ ਕੇ ਵੇਖ ਲਓ, ਹਰ ਬੰਦਾ ਕੋਈ ਨਾ ਕੋਈ ਬੈਠਾ ਉੱਥੇ ਗਿਆਨ ਘੋਟ ਰਿਹਾ ਹੁੰਦਾ ਹੈ। ਇਸ ਤਰ੍ਹਾਂ ਕਰ ਲਓ ਜੀ, ਇਸ ਤਰ੍ਹਾਂ ਹੋ ਜਾਣਾ ਚਾਹੀਦਾ ਹੈ। ਪਰ ਅਸਲ ਵਿੱਚ ਜੋ ਤੱਤ ਗਿਆਨ ਹੈ, ਜਿਹਨੂੰ ਬ੍ਰਹਮ ਗਿਆਨ ਕਿਹਾ ਗਿਆ ਹੈ, ਉਸ ਗਿਆਨ ਦੀ ਪ੍ਰਾਪਤੀ ਕਿਸੇ ਵਿਰਲੇ ਮਨੁੱਖ ਨੂੰ ਹੀ ਹੁੰਦੀ ਹੈ। ਅਤੇ ਉਹ ਕਿਸ ਨੂੰ ਹੁੰਦੀ ਹੈ? ਪਾਤਸ਼ਾਹ ਜੀ ਕਹਿੰਦੇ ਨੇ, ਜਾ ਕੇ ਹਿਰਦੈ ਵਿਸ਼ਵਾਸ। ਵਿਸ਼ਵਾਸ ਪਾਠ ਕਰਨਾ ਹੈ। ਕਈ ਗੁਰਮੁਖਾਂ ਨੂੰ ਜਿਨ੍ਹਾਂ ਦੀ ਸੰਥਿਆ ਨਹੀਂ ਹੁੰਦੀ, ਇਸ ਤਰ੍ਹਾਂ ਦੇ ਜਿਹੜੇ ਪਾਠ ਨੇ, ਜਿਹੜੇ ਚਰਨਾਂ ਦੇ ਵਿੱਚ ਅੱਖਰ ਆ ਜਾਂਦੇ ਨੇ, ਉਹਨਾਂ ਦੇ ਉਚਾਰਨ ਕਰਨੇ ਨਹੀਂ ਆਉਂਦੇ। ਇੱਥੇ ਹੁਣ ਬੱਬੇ ਨੂੰ ਸਿਹਾਰੀ ਹੈ, ਸੱਸੇ ਨੂੰ ਕੰਨਾ ਅਤੇ ਪੈਰ ਚਰਨਾਂ ਦੇ ਵਿੱਚ ਵਾਹ, ਫਿਰ ਅੱਗੇ ਸੱਸੇ ਨੂੰ ਔਂਕੜ ਹੈ। ਇੱਥੇ ਬੱਬੇ ਨੂੰ ਸਿਹਾਰੀ, ਸੱਸੇ ਨੂੰ ਔਂਕੜ ਲਾ ਕੇ ਫਿਰ ਐੜੇ ਕੰਨਾ ਅਤੇ ਫਿਰ ਸੱਸੇ ਨੂੰ ਔਂਕੜ, ਇਉਂ ਇਹਦਾ ਉਚਾਰਨ ਬਣੇਗਾ ਵਿਸ਼ਵਾਸ। ਜਿਨ੍ਹਾਂ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵਿਸ਼ਵਾਸ ਆ ਗਿਆ, ਵਿਸ਼ਵਾਸ ਵੱਜ ਗਿਆ, ਉਹਨਾਂ ਨੇ ਹੀ ਤੱਤ ਗਿਆਨ ਨੂੰ ਪ੍ਰਾਪਤ ਕੀਤਾ ਹੈ। ਸੋ ਇਸ ਤਰ੍ਹਾਂ ਦੱਸਦੇ ਹਨ ਕਿ ਭੈ ਤੇ ਨਿਰਭਉ ਹੋਏ ਬਸਾਨਾ। ਅਤੇ ਕਹਿਣ ਲੱਗੇ, ਜਿਨ੍ਹਾਂ ਦਾ ਵਿਸ਼ਵਾਸ ਵਾਹਿਗੁਰੂ 'ਤੇ ਵੱਜ ਗਿਆ, ਉਹ ਭੈ ਤੋਂ ਨਿਰਭਉ ਸਰੂਪ ਹੋ ਗਏ, ਡਰ ਤੋਂ ਰਹਿਤ ਹੋ ਗਏ। ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੱਸਦੇ ਹਨ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ। ਜਿਹੜੇ ਨਿਰਭਉ ਸਰੂਪ ਹੋ ਗਏ, ਉਹਨਾਂ ਦਾ ਕਿਸੇ ਨਾਲ ਵੈਰ ਨਹੀਂ, ਉਹ ਕਿਸੇ ਦਾ ਭੈ ਨਹੀਂ ਮੰਨਦੇ, ਉਹ ਬੇਖੌਫ ਹੋ ਜਾਂਦੇ ਨੇ, ਉਹ ਬੇਪਰਵਾਹ ਹੋ ਜਾਂਦੇ ਹਨ। ਭੈ ਤੇ ਰਹਿਤ, ਸੰਸਾਰ ਦੇ ਡਰਾਂ ਤੋਂ ਰਹਿਤ ਹੋ ਜਾਂਦੇ ਹਨ। ਨਿਰਭਉ ਹੋਏ, ਭੈ ਤੋਂ ਰਹਿਤ ਹੋ ਕਰਕੇ ਵਸਦੇ ਹਨ। ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ। ਉਹ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ। ਪੈਦਾਇਸ਼ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ। ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਜੀਵ ਜਨਮ ਲੈਂਦਾ ਹੈ। ਉਸ ਵਾਹਿਗੁਰੂ ਦੇ ਬਣਾਏ ਹੋਏ ਤੱਤਾਂ ਦੇ ਅਨੁਸਾਰ ਹੀ ਸਰੀਰ ਦੀ ਬਣਤਰ ਬਣਦੀ ਹੈ। ਜਿਸ ਤੇ ਉਪਜਿਆ, ਕਿਉਂਕਿ ਜੋਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ। ਜਿਸ ਵਾਹਿਗੁਰੂ ਤੋਂ ਪੈਦਾਇਸ਼ ਹੋਈ ਸੀ, ਜੋ ਵਾਹਿਗੁਰੂ ਤੋਂ ਅਹਿਦ ਲੈ ਕਰਕੇ ਸੰਸਾਰ 'ਤੇ ਆਇਆ, ਉਸ ਅਹਿਦ ਅਨੁਸਾਰ ਉਸ ਵਾਹਿਗੁਰੂ ਦੇ ਵਿੱਚ ਹੀ ਸਮਾ ਗਿਆ। ਬਸਤ ਮਾਹਿਲੇ ਬਸਤ ਗਡਾਈ। ਬਸਤ ਮਾਹਿਲੇ ਬਸਤ ਗਡਾਈ। ਹੁਣ ਕਹਿਣ ਲੱਗੇ, ਇੱਕ ਵਸਤੂ ਦੇ ਵਿੱਚ ਦੂਸਰੀ ਵਸਤੂ ਦਾ ਮਿਲਾਨ ਕਰਾ ਦਿੱਤਾ ਜਾਵੇ, ਭਾਵ ਕਿ ਆਪਸ ਵਿੱਚ ਮਿਕਸ ਕਰ ਦਿੱਤਾ ਜਾਵੇ। ਤਾ ਕੋ ਭਿੰਨ ਨਾ ਕਹਿਣਾ ਜਾਈ। ਕਹਿਣ ਲੱਗੇ, ਹੁਣ ਉਹਨਾਂ ਨੂੰ ਆਪਾਂ ਅਲੱਗ ਨਹੀਂ ਕਹਿ ਸਕਦੇ। ਬਹੁਤ ਸੁੰਦਰ ਬਚਨ ਦਸਮ ਗ੍ਰੰਥ ਸਾਹਿਬ ਅੰਦਰ ਬੜੇ ਪਾਤਸ਼ਾਹ ਨੇ ਅੰਕਿਤ ਕੀਤੇ ਨੇ। ਇਹ ਉਹਨਾਂ ਸੇਵਕ ਜਨਾਂ ਦੇ ਹਨ ਜੋ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ। ਜਿਸ ਤਰ੍ਹਾਂ ਇੱਕ ਪਾਣੀ ਦੇ ਵਿੱਚ ਪਾਣੀ ਦੀ ਤਰੰਗ ਜਿਹੜੀ ਹੈ, ਬੇਸ਼ੱਕ ਉਹ ਪਾਣੀ ਤੋਂ ਅੱਡ ਤੇ ਹੋਈ, ਪਰ ਉਹ ਪਾਣੀ ਤੋਂ ਅੱਡ ਨਹੀਂ, ਪਾਣੀ ਦਾ ਹੀ ਰੂਪ ਹੈ। ਇਸੇ ਤਰ੍ਹਾਂ ਜੀਵ ਰੂਪ ਦੇ ਵਿੱਚ ਜਦੋਂ ਇਹ ਜੀਵ ਇਸ ਲੋਕ 'ਤੇ ਆਇਆ, ਇਹ ਪ੍ਰਮਾਤਮਾ ਤੋਂ ਅੱਡ ਹੋਇਆ, ਪਰ ਜਦੋਂ ਉਸ ਵਾਹਿਗੁਰੂ ਦਾ ਨਾਮ ਜਪਿਆ ਅਤੇ ਫਿਰ ਉਸੇ ਹੀ ਪਾਣੀ ਦੀਆਂ ਤਰੰਗਾਂ ਦੇ ਵਿੱਚ ਜਾ ਸਮਾ ਗਿਆ। ਇਉਂ ਇੱਥੇ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਬਸਤ ਮਾਹਿਲੇ ਬਸਤ ਗਡਾਈ, ਤਾ ਕੋ ਭਿੰਨ ਨਾ ਕਹਿਣਾ ਜਾਈ। ਜਦੋਂ ਉਹ ਵਸਤੂ ਵਾਪਸ ਆਪਣੇ ਅਸਲੀ ਰੂਪ ਦੇ ਵਿੱਚ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਦੋਂ ਆਪਣਾ ਮੂਲ ਉਹ ਪਛਾਣ ਲੈਂਦੀ ਹੈ, ਸੱਚੇ ਪਾਤਸ਼ਾਹ ਜੀ ਦੱਸਦੇ ਹਨ, ਫਿਰ ਉਹਨੂੰ ਕੋਈ ਅੱਡ ਨਹੀਂ ਕਹਿ ਸਕਦਾ। ਭਗਤ ਕਬੀਰ ਸਾਹਿਬ ਕਹਿੰਦੇ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾ
ਤਤ ਤੂੰ ਉਦੋਂ ਇੱਕ ਸਰੂਪ ਹੋ ਗਿਆ। ਕੋਈ ਇਹ ਨਹੀਂ ਕਹਿ ਸਕਦਾ ਕਿ ਹੁਣ ਇਹ ਕਬੀਰ ਹੈ ਤੇ ਇਹ ਰੱਬ ਹੈ, ਭਾਵ ਇੱਕੋ ਹੀ ਹੋ ਗਏ। ਬੂਝੈ ਬੂਝਨ ਹਾਰ ਵਿਵੇਕ। ਪਰ ਇਸ ਗਿਆਨ ਨੂੰ ਕੋਈ ਵਿਰਲਾ ਹੀ ਵਿਵੇਕਵਾਨ ਹੀ ਬੁੱਝਦਾ ਹੈ। ਨਾਰਾਇਣ ਮਿਲੇ ਨਾਨਕ ਏਕ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਬੁੱਝ ਲਿਆ, ਗਿਆਨ ਆ ਗਿਆ, ਸੋਝੀ ਆ ਗਈ, ਉਹਨਾਂ ਨੂੰ ਇੱਕ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਠਾਕੁਰ ਕਾ ਸੇਵਕ ਆਗਿਆਕਾਰੀ। ਠਾਕੁਰ ਤੋਂ ਭਾਵ ਹੈ ਪਰਮਾਤਮਾ। ਤੇ ਜੇ ਠਾਕਰ ਪਾਠ ਆਉਂਦਾ ਹੈ, ਠੱਠੇ ਨੂੰ ਕੰਨਾ ਕੱਕਾ ਤੇ ਰਾਰਾ, ਉਹ ਠਾਕਰ ਹੈ ਪੱਥਰ ਵਾਲਾ। ਇੱਥੇ ਠਾਕੁਰ ਹੈ ਪਰਮਾਤਮਾ ਲਈ। ਠਾਕੁਰ ਕਾ ਸੇਵਕ, ਉਸ ਪਰਮਾਤਮਾ ਦਾ ਜਿਹੜਾ ਸੇਵਕ ਭਗਤ ਹੈ, ਉਹ ਆਗਿਆ ਦੇ ਵਿੱਚ ਰਹਿਣ ਵਾਲਾ ਹੈ, ਆਗਿਆਕਾਰੀ ਹੈ। ਠਾਕੁਰ ਕਾ ਸੇਵਕ ਸਦਾ ਪੁਜਾਰੀ। ਠਾਕੁਰ ਦਾ ਜਿਹੜਾ ਸੇਵਕ ਹੈ, ਪਰਮਾਤਮਾ ਦਾ ਜਿਹੜਾ ਸੇਵਕ ਹੈ, ਹਮੇਸ਼ਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਪੂਜਾ ਕਰਨ ਵਾਲਾ ਹੈ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ। ਠਾਕੁਰ ਦਾ ਜਿਹੜਾ ਮਾਲਕ ਦਾ ਜਿਹੜਾ ਸੇਵਕ ਹੈ, ਉਹਦੇ ਮਨ ਵਿੱਚ ਹਮੇਸ਼ਾ ਪ੍ਰਤੀਤ, ਭਰੋਸਾ, ਵਿਸ਼ਵਾਸ ਰਹਿੰਦਾ ਹੈ। ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਉਸ ਸੇਵਕ ਦੀ ਜਿਹੜੀ ਰੀਤ ਹੈ, ਜਿਹੜੀ ਰਹਿਤ ਹੈ, ਜਿਹੜੀ ਮਰਿਆਦਾ ਹੈ, ਉਹ ਬੜੀ ਨਿਰਮਲ ਹੈ, ਬੜੀ ਪਵਿੱਤਰ ਹੈ। ਠਾਕੁਰ ਕੋ ਸੇਵਕ ਜਾਣੈ ਸੰਗ। ਕਹਿਣ ਲੱਗੇ ਐਸੇ ਮਾਲਕ ਨੂੰ ਉਹ ਜੋ ਸੇਵਕ ਹੈ ਆਪਣੇ ਅੰਗ ਸੰਗ ਹੀ ਜਾਣਦਾ ਹੈ। ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਹਮੇਸ਼ਾ ਆਪਣੇ ਨਾਲ ਹੀ ਦੇਖਦਾ ਹੈ। ਪ੍ਰਭ ਕਾ ਸੇਵਕ ਨਾਮ ਕੈ ਰੰਗ। ਵਾਹਿਗੁਰੂ ਦਾ ਜਿਹੜਾ ਸੇਵਕ ਹੈ, ਉਹ ਹਮੇਸ਼ਾ ਨਾਮ ਰੰਗ ਦੇ ਵਿੱਚ ਹੀ ਰੰਗਿਆ ਰਹਿੰਦਾ ਹੈ। ਸੇਵਕ ਕੋ ਪ੍ਰਭ ਪਾਲਨ ਹਾਰਾ। ਪ੍ਰਤਪਾਲ ਮਾਤਾ ਉਦਰ ਰਾਖੈ, ਲਗਨ ਦੇਤ ਨਾ ਸੇਕ, ਸੋਈ ਸੁਆਮੀ ਇਹਾਂ ਰਾਖੈ, ਬੁੱਝ ਬੁੱਧ ਵਿਵੇਕ। ਉਹ ਵਾਹਿਗੁਰੂ ਆਪਣਿਆਂ ਸੇਵਕਾਂ ਦੀ ਪ੍ਰਤਪਾਲਨਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਦੱਸਦੇ ਹਨ ਕਿ ਉਹ ਜੋ ਮਾਲਕ ਹੈ ਆਪਣਿਆਂ ਭਗਤਾਂ ਦੀ ਲਾਜ ਰੱਖਦਾ ਹੈ, ਆਪਣਿਆਂ ਭਗਤਾਂ ਦੀ ਪ੍ਰਤਪਾਲਨਾ ਵੀ ਕਰਦਾ ਹੈ, ਦੁਸ਼ਮਣਾਂ ਤੋਂ ਰੱਖਿਆ ਵੀ ਕਰਦਾ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਸੇਵਕ ਕੀ ਰਾਖੈ ਨਿਰੰਕਾਰਾ। ਆਪਣੇ ਸੇਵਕ ਦੀ ਪੈਜ ਰੱਖਦਾ ਹੈ, ਆਪਣੇ ਸੇਵਕ ਦੀ ਇੱਜ਼ਤ ਰੱਖਦਾ ਹੈ, ਆਪਣੇ ਸੇਵਕਾਂ ਦੇ ਪਰਦੇ ਕੱਜਦਾ ਹੈ। ਉਹ ਨਿਰੰਕਾਰ ਸਰੂਪ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ। ਉਹੋ ਹੀ ਸੇਵਕ ਉਸ ਪਰਮਾਤਮਾ ਦਾ ਬਣ ਸਕਦਾ ਹੈ ਜਿਸ ਦੇ ਉੱਪਰ ਉਹ ਵਾਹਿਗੁਰੂ ਦਇਆ ਦ੍ਰਿਸ਼ਟੀ ਕਰਦਾ ਹੈ। ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਸੇਵਕ ਨੂੰ ਜੋ ਵਾਹਿਗੁਰੂ ਦੇ ਨਾਮ ਨੂੰ ਹਰ ਇੱਕ ਸਾਹ ਦੇ ਨਾਲ ਸੰਭਾਲੇ। ਪਹਿਲਾ ਅਰਥ ਹੈ ਕਿ ਇੱਕ ਇੱਕ ਸਾਹ ਦੇ ਨਾਲ ਉਹ ਗੁਰਮੁਖ ਰੋਮ ਰੋਮ ਹਰ ਧਿਆਏ ਦੇ ਬਚਨਾਂ ਅਨੁਸਾਰ ਉਸ ਪਰਮਾਤਮਾ ਨੂੰ ਸੰਭਾਲਦਾ ਹੈ। ਦੂਸਰਾ ਅਰਥ ਕੀਤਾ ਜਾਂਦਾ ਹੈ ਕਿ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ ਆਪਣੇ ਸੇਵਕ ਨੂੰ, ਆਪਣੇ ਭਗਤ ਨੂੰ, ਨਾਨਕ ਸੋ ਸੇਵਕ ਸਾਸ ਸਾਸ ਸੰਭਾਰੈ। ਉਹ ਵਾਹਿਗੁਰੂ ਆਪਣੇ ਸੇਵਕ ਨੂੰ ਹਰ ਇੱਕ ਸਾਹ ਦੇ ਨਾਲ, ਹਰ ਇੱਕ ਸਾਹ ਤੇ ਗ੍ਰਾਮ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ, ਪ੍ਰਤਪਾਲਨਾ ਕਰਦਾ ਹੈ। ਆਪਣੇ ਜਨ ਕਾ ਪਰਦਾ ਢਾਕੈ। ਉਹ ਕਿੱਡਾ ਦਿਆਲੂ ਕਿਰਪਾਲੂ ਹੈ ਅਕਾਲ ਪੁਰਖ ਵਾਹਿਗੁਰੂ। ਆਪਣੇ ਸੇਵਕ ਦਾ ਉਹ ਪਰਦਾ ਢੱਕਦਾ ਹੈ, ਲਾਜ ਰੱਖਦਾ ਹੈ। ਆਪਣੇ ਸੇਵਕ ਕੀ ਸਰ ਪਰ ਰਾਖੈ। ਆਪਣੇ ਸੇਵਕ ਦੀ, ਆਪਣੇ ਭਗਤ ਦੀ, ਆਪਣੇ ਜਨ ਦੀ ਸਰ ਪਰ ਭਾਵ ਹਮੇਸ਼ਾ ਇੱਜ਼ਤ ਰੱਖਦਾ ਹੈ। ਹਰ ਥਾਂ ਤੇ ਉਹ ਸਹਾਈ ਹੁੰਦਾ ਹੈ। ਆਪਣੇ ਦਾਸ ਕੋ ਦੇ ਵਡਾਈ। ਫਿਰ ਉਹ ਆਪਣਿਆਂ ਸੇਵਕਾਂ ਨੂੰ, ਆਪਣਿਆਂ ਭਗਤਾਂ ਨੂੰ ਵਡਿਆਈਆਂ ਵੀ ਬਖਸ਼ਦਾ ਹੈ, ਮਾਣ ਵੀ ਬਖਸ਼ਦਾ ਹੈ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਬੁਨਣਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰੋ ਭਇਓ ਗੁਣੀ ਗਹੀਰਾ। ਇਉਂ ਭਗਤਾਂ ਨੂੰ ਵਡਿਆਈਆਂ ਬਖਸ਼ੀਆਂ। ਭਾਈ ਗੁਰਦਾਸ ਜੀ ਲਿਖਦੇ ਹਨ, ਭਗਤ ਭਗਤ ਜਗ ਵੱਜਿਆ, ਚਹੁੰ ਚੱਕਾਂ ਦੇ ਵਿੱਚ ਚਮਰੇਟਾ। ਭਗਤ ਰਵਿਦਾਸ ਜੀ ਦੇ ਪ੍ਰਥਾਏ ਕਿਹਾ ਹੈ ਕਿ ਇਉਂ ਭਗਤ ਰਵਿਦਾਸ ਜੀ ਆਪ ਵੀ ਆਪਣੀ ਗੁਰਬਾਣੀ ਵਿੱਚ ਲਿਖਦੇ ਨੇ। ਉਹ ਕਹਿੰਦੇ ਨੇ
ਸਾਨੂੰ ਕੋਈ ਜਾਣਦਾ ਤੱਕ ਨਹੀਂ ਸੀ, ਪਰ ਜਦੋਂ ਉਸ ਵਾਹਿਗੁਰੂ ਨੇ ਕਿਰਪਾ ਕੀਤੀ, ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜੇ ਤੇ ਚਾਰੇ ਪਾਸੇ ਸਾਡੀ ਉਸ ਵਾਹਿਗੁਰੂ ਨੇ ਜੈ ਜੈਕਾਰ ਕਰ ਦਿੱਤੀ। ਸਾਡਾ ਨਾਮ ਜਿਹੜਾ ਹੈ ਦੁਨੀਆ ਦੇ ਵਿੱਚ ਹੋ ਗਿਆ। ਸੋ ਇਉਂ ਆਪਣੇ ਦਾਸ ਕੋ ਦੇ ਵਡਾਈ, ਆਪਣਿਆਂ ਸੇਵਕਾਂ ਨੂੰ, ਆਪਣਿਆਂ ਭਗਤਾਂ ਨੂੰ ਆਪ ਵਡਿਆਈ ਦਿੰਦੇ ਹਨ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਆਪਣੀ ਬਾਣੀ ਵਿੱਚ ਆਪ ਲਿਖਦੇ ਨੇ, ਕਿੰਨੇ ਸੁੰਦਰ ਉਹ ਬਚਨ ਨੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਕਿ ਸਾਨੂੰ ਕੋਈ ਨਹੀਂ ਪੁੱਛਦਾ ਸੀ, ਅਸੀਂ ਰੁਲਦੇ ਫਿਰਦੇ ਸਾਂ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਕੀੜਿਆਂ ਨੂੰ ਪਾਤਸ਼ਾਹੀਆਂ ਬਖਸ਼ਿਸ਼ ਕਰ ਦਿੱਤੀਆਂ। ਇਉਂ ਜਿਹੜਾ ਸੇਵਕ ਉਹਨਾਂ ਦਾ ਬਣ ਗਿਆ, ਉਹਨਾਂ ਦੀ ਲਾਜ ਵੀ ਉਹ ਰੱਖਦੇ ਹਨ। ਆਪਣੇ ਸੇਵਕ ਕੋ ਨਾਮ ਜਪਾਈ, ਤੇ ਆਪਣੇ ਸੇਵਕ ਨੂੰ ਫਿਰ ਉਹ ਡੋਲਣ ਨਹੀਂ ਦਿੰਦੇ, ਹਮੇਸ਼ਾ ਸੁਰਤੀ ਨਾਮ ਦੇ ਵਿੱਚ ਹੀ ਲਾ ਕੇ ਰੱਖਦੇ ਹਨ, ਨਾਮ ਜਪਾਉਂਦੇ ਹਨ। ਆਪਣੇ ਸੇਵਕ ਕੀ ਆਪ ਪਤ ਰਾਖੈ, ਆਪਣੇ ਸੇਵਕ ਦੀ ਆਪ ਉਹ ਵਾਹਿਗੁਰੂ ਪਤ ਰੱਖਦਾ ਹੈ, ਇੱਜ਼ਤ ਰੱਖਦਾ ਹੈ। ਜਦੋਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਜਦੋਂ ਸਾਡਾ ਮਨ, ਕਿਉਂਕਿ ਮਨ ਚੰਚਲ ਹੈ, ਮਨ ਦੇ ਉੱਪਰ ਕਿਸੇ ਦਾ ਵਸ ਨਹੀਂ, ਗੁਰੂ ਕਿਰਪਾ ਹੋਵੇ ਤਾਂ ਜਾ ਕੇ ਇਹ ਮਨ ਵਸ ਵਿੱਚ ਆਉਂਦਾ ਹੈ, ਨਹੀਂ ਤਾਂ ਇਹ ਮਨ ਚੰਚਲ ਹੈ। ਇਸ ਮਨ ਨੂੰ ਗਧਾ ਕਿਹਾ, ਖਰ ਕਾ ਪੈਖਰ ਤੋਂ ਛੁਟੈ ਜੋ ਉਪਰ ਲਾਦਾ। ਹੋਰ ਵੀ ਪਾਤਸ਼ਾਹ ਨੇ ਬੜੇ ਬਚਨ ਮਨ ਦੇ ਪ੍ਰਥਾਏ ਕਹੇ ਹਨ। ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ। ਇਹ ਮਨ ਬੜਾ ਬਲਵਾਨ ਹੈ। ਕੇਵਲ ਗੁਰਸਿੱਖ ਦੀ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੋਵੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਤੁਸੀਂ ਕਿਰਪਾ ਕਰਨੀ ਮਹਾਰਾਜ ਜੀ, ਮੇਰੇ ਹੱਥ ਵੱਸ ਕੁਝ ਨਹੀਂ ਹੈ, ਮੇਰੀ ਇੱਜ਼ਤ, ਮੇਰਾ ਮਾਣ ਵਾਹਿਗੁਰੂ, ਮੈਨੂੰ ਕਾਮ ਕ੍ਰੋਧ ਲੋਭ ਮੋਹ ਵਿਸ਼ੇ ਵਿਕਾਰਾਂ ਤੋਂ ਬਚਾ ਕਰਕੇ ਰੱਖਿਓ ਮਹਾਰਾਜ ਜੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ। ਸਤਿਗੁਰੂ ਜੀ ਬਖਸ਼ਿੰਦ ਹਨ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕਾਂ ਦੇ ਪਰਦੇ ਵੀ ਢੱਕਦਾ, ਆਪਣੇ ਸੇਵਕ ਕੀ ਸਰ ਪਰ ਰੱਖੈ। ਹਰ ਇੱਕ ਥਾਂ 'ਤੇ ਆਪਣੇ ਸੇਵਕ ਦੀ ਲਾਜ ਪਤ ਇੱਜ਼ਤ ਵਾਹਿਗੁਰੂ ਆਪ ਰੱਖਦਾ ਹੈ। ਤਾ ਕੀ ਗਤ ਮਿਤ ਕੋਏ ਨਾ ਲਾਖੈ, ਉਸ ਵਾਹਿਗੁਰੂ ਦੀ ਜਿਹੜੀ ਮਿਤ ਮਰਿਆਦਾ, ਗਤ ਗਤੀ ਚਾਲ ਕੋਈ ਨਾ ਲੱਖ ਹੈ, ਕੋਈ ਨਹੀਂ ਜਾਣ ਸਕਦਾ, ਕੋਈ ਨਹੀਂ ਸਮਝ ਸਕਦਾ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਵਾਹਿਗੁਰੂ ਦਾ ਸੇਵਕ ਕਿੱਡਾ ਕੋ ਬਲਵਾਨ ਹੁੰਦਾ ਹੈ। ਸਤਿਗੁਰੂ ਜੀ ਦੱਸਦੇ ਨੇ ਕਿ ਉਹ ਪ੍ਰਮਾਤਮਾ ਦੇ ਨਾਮ ਜਪਣ ਕਰਕੇ ਐਡਾ ਕੋ ਵੱਡਾ ਹੋ ਜਾਂਦਾ ਹੈ, ਕੋਈ ਨਾ ਲੱਖ ਹੈ, ਕੋਈ ਵੀ ਉਹਦੇ ਬਰਾਬਰ ਨਹੀਂ ਹੋ ਸਕਦਾ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਉਹਦੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ। ਪ੍ਰਭ ਕੇ ਸੇਵਕ ਊਚ ਤੇ ਊਚੇ, ਵਾਹਿਗੁਰੂ ਦੇ ਜਿਹੜੇ ਸੇਵਕ ਹਨ, ਭਗਤ ਜਨ ਹਨ, ਉੱਚਿਆਂ ਤੋਂ ਉੱਚੇ ਹਨ। ਜੇ ਉੱਚੇ ਦਾ ਕੋਈ ਇੱਕ ਪੈਮਾਨਾ ਮੰਨਿਆ ਜਾਵੇ ਤੇ ਕਹਿਣ ਲੱਗੇ ਸਭ ਤੋਂ ਉੱਚੇ ਜਿਹੜੇ ਵਾਹਿਗੁਰੂ ਦੇ ਭਗਤ ਹਨ, ਜੋ ਪ੍ਰਭ ਆਪਣੀ ਸੇਵਾ ਲਾਇਆ, ਕਹਿਣ ਲੱਗੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੀ ਸੇਵਾ ਦੇ ਵਿੱਚ ਲਾ ਲਿਆ। ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਮਹਾਰਾਜ ਜੀ ਕਹਿਣ ਲੱਗੇ ਉਸ ਸੇਵਕ ਨੂੰ ਵਾਹਿਗੁਰੂ ਨੇ 10 ਦਿਸ਼ਾਵਾਂ ਦੇ ਵਿੱਚ ਪ੍ਰਗਟ ਕਰ ਦਿੱਤਾ। 4 ਪ੍ਰਮੁੱਖ ਦਿਸ਼ਾਵਾਂ ਪੂਰਬ, ਪੱਛਮ, ਉੱਤਰ ਤੇ ਦੱਖਣ। ਇਸੇ ਤਰ੍ਹਾਂ ਇਹਨਾਂ ਦੀਆਂ ਨੁਕਰਾਂ 4 ਤੇ 4 8 ਆਕਾਸ਼ ਤੇ ਪਾਤਾਲ, ਇਉਂ 10 ਦਿਸ਼ਾਵਾਂ ਹੋਈਆਂ। 10 ਦਿਸ਼ਾਵਾਂ ਦੇ ਵਿੱਚ ਕਹਿਣ ਲੱਗੇ ਵਾਹਿਗੁਰੂ ਉਹਨਾਂ ਨੂੰ ਪ੍ਰਗਟ ਕਰ ਦਿੰਦਾ ਹੈ। ਨੀਕੀ ਕੀਰੀ ਮਹਿਕਲ ਰਾਖੈ, ਜਦੋਂ ਵਾਹਿਗੁਰੂ ਕਿਰਪਾ ਕਰਦੇ ਹਨ ਉਦੋਂ ਛੋਟੀ ਜੀ ਕੀੜੀ ਦੇ ਵਿੱਚ ਵੀ ਕਲ ਦਾ ਅਰਥ ਹੈ ਕਲਾ, ਸ਼ਕਤੀ, ਇੰਨੀ ਕੋਈ ਸ਼ਕਤੀ ਵਾਹਿਗੁਰੂ ਵਰਤਾ ਦਿੰਦੇ ਹਨ ਕਿ ਚਮਤਕਾਰ ਹੀ ਕਰਾ ਦਿੰਦੇ ਹਨ। ਤੇ ਸੱਚਮੁੱਚ ਇਹ ਚਮਤਕਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਰਕੇ ਵਿਖਾਇਆ। ਜਦੋਂ ਮਹਾਰਾਜ ਜੀ ਨੂੰ ਆ ਕੇ ਸਿੰਘਾਂ ਨੇ ਦੱਸਿਆ ਕਿ ਸਤਿਗੁਰੂ ਜੀ ਉਹ ਪਹਾੜੀ ਰਾਜਿਆਂ ਨੇ ਇੱਕ ਹਾਥੀ ਨੂੰ ਸ਼ਰਾਬ ਪਿਆ ਕਰਕੇ ਉਹਦੀ ਸੁੰਡ ਦੇ ਨਾਲ ਤਲਵਾਰਾਂ ਆਦਿ ਬੰਨੀਆਂ ਨੇ, ਉਹਦੇ ਮੱਥੇ ਦੇ ਉੱਪਰ ਉਹਨਾਂ ਨੇ 7 ਢਾਲਾਂ ਬੰਨੀਆਂ ਨੇ ਅਤੇ ਸ਼ਰਾਬ ਪਿਆ ਕੇ ਉਹ ਕਿਲ੍ਹੇ ਵੱਲ ਨੂੰ ਤੋਰ ਦਿੱਤਾ ਹੈ। ਅਤੇ ਸਤਿਗੁਰੂ ਜੀ ਕਹਿਣ ਲੱਗੇ ਕੋਈ ਡਰ ਨਹੀਂ, ਜੇ ਉਹਨਾਂ ਨੇ ਹਾਥੀ ਤੋਰਿਆ ਅਤੇ ਸਾਡੇ ਕੋਲੇ ਵੀ ਹਾਥੀ ਹੈ, ਦੁਨੀ ਚੰਦ। ਅਤੇ ਜਦੋਂ ਦੁਨੀ ਚੰਦ ਨੂੰ ਪਤਾ ਲੱਗਿਆ ਅਤੇ ਡਰਦਾ ਹੋਇਆ ਮੈਦਾਨ ਛੱਡ ਕੇ ਚਲਿਆ ਗਿਆ।
ਰਾਤ ਨੂੰ ਭੱਜ ਗਿਆ। ਪਾਤਸ਼ਾਹ ਜੀ ਕਹਿਣ ਲੱਗੇ, ਸਿੰਘਾਂ ਨੇ ਆ ਕੇ ਦੱਸਿਆ ਮਹਾਰਾਜ ਆਪਣਾ ਹਾਥੀ ਤੇ ਰਾਤ ਭੱਜ ਗਿਆ। ਸਤਿਗੁਰੂ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਹਾਥੀ ਨਹੀਂ ਤੇ ਫਿਰ ਸਾਡਾ ਸ਼ੇਰ ਹੈ। ਸ਼ੇਰ ਕੌਣ ਸੀ? ਭਾਈ ਬਚਿੱਤਰ ਸਿੰਘ ਜੀ। ਬਚਿੱਤਰ ਸਿੰਘ ਦਾ ਕੱਦ ਕਿੱਡਾ ਕੁ ਸੀ? ਇਤਿਹਾਸ ਵਿੱਚ ਦੱਸਦੇ ਨੇ 5 ਸਵਾ 5 ਫੁੱਟ ਦਾ ਕੱਦ। ਪਰ ਜਦੋਂ ਗੁਰੂ ਨੇ ਕਿਰਪਾ ਦ੍ਰਿਸ਼ਟੀ ਕਰਨੀ ਹੈ, ਬਚਿੱਤਰ ਸਿੰਘ ਦਾ ਨਾਮ ਲਿਆ ਤੇ ਹੱਥ ਜੋੜ ਕੇ ਖੜੇ ਹੋਏ ਭਾਈ ਬਚਿੱਤਰ ਸਿੰਘ, ਸੱਚੇ ਪਾਤਸ਼ਾਹ ਮੈਂ ਕੁਝ ਨਹੀਂ ਕਰ ਸਕਦਾ, ਜੇ ਤੂੰ ਚਾਵੇਂ ਇੱਕ ਹਾਥੀ ਕੀ ਭਾਵੇਂ 100 ਹਾਥੀ ਆ ਜਾਣ, ਸਭ ਦਾ ਮਲੀਆ ਮੇਟ ਹੋ ਸਕਦਾ, ਤੇਰਾ ਹੱਥ ਮੇਰੇ ਸਿਰ 'ਤੇ ਚਾਹੀਦਾ ਹੈ। ਤੇ ਸੱਚਮੁੱਚ ਨੇਕੀ ਕੀਰੀ ਮਹਿ ਕਲ ਰਾਖੈ। ਜਦੋਂ ਬਚਿੱਤਰ ਸਿੰਘ ਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੋਵੇ ਤੇ ਫਿਰ ਨਾਗਣੀ ਬਰਸ਼ੀ 7 ਢਾਲਾਂ ਨੂੰ ਚੀਰਦੀ ਹੋਈ ਕਿਵੇਂ ਹਾਥੀ ਦੇ ਮੱਥੇ 'ਚ ਪਾੜ ਪਾਉਂਦੀ ਹੈ, ਇਹ ਇਤਿਹਾਸ ਜਿਹੜਾ ਹੈ ਉਹ ਸਿਰਜਿਆ ਜਾਂਦਾ ਹੈ। ਇਹ ਸਤਿਗੁਰੂ ਜੀ ਕਿਰਪਾ ਕਰਨ ਜਦੋਂ ਬਖਸ਼ਿਸ਼ਾਂ ਦੇ ਘਰ ਵਿੱਚ ਆਉਂਦੇ ਹਨ ਤੇ ਛੋਟੀ ਕੀੜੀ ਦੇ ਵਿੱਚ ਐਡੀ ਕੋ ਕਲਾ ਵਰਤਾ ਦਿੰਦੇ ਹਨ ਕਿ ਵੱਡਿਆਂ ਵੱਡਿਆਂ ਨੂੰ ਉਹ ਢਾ ਲੈਂਦੀ ਹੈ। ਭਸਮ ਕਰੈ ਲਸ਼ਕਰ ਕੋਟ ਲਾਖੈ। ਭਸਮ ਕਰ ਦਿੰਦੀ ਹੈ, ਨਾਸ ਕਰ ਦਿੰਦੀ ਹੈ, ਲਸ਼ਕਰ ਕਰੋੜਾਂ ਦਾ ਲਸ਼ਕਰ, ਲੱਖਾਂ ਦਾ ਲਸ਼ਕਰ ਸਵਾਹ ਕਰ ਦਿੰਦੀ ਹੈ। ਦੂਸਰਾ ਅਰਥ ਇਹ ਹੈ ਕਿ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਚਾਹੁਣ, ਭਸਮ ਕਰੈ ਲਸ਼ਕਰ ਕੋਟ ਲੱਖ ਹੈ, ਲੱਖਾਂ ਕਰੋੜਾਂ ਦਾ ਜਿਹੜਾ ਲਾਮ ਲਸ਼ਕਰ ਹੈ, ਵੱਡੀ ਭਾਰੀ ਫੌਜ ਹੈ, ਉਸ ਨੂੰ ਇੱਕ ਖਿੰਨ ਮਾਤਰ ਸਮੇਂ ਦੇ ਵਿੱਚ ਨਾਸ ਕਰ ਸਕਦੇ ਹਨ। ਜਿਸ ਕਾ ਸਾਸ ਨਾ ਕਾਢਤ ਆਪ। ਜਿਨ੍ਹਾਂ ਦਾ ਸਾਹ ਵਾਹਿਗੁਰੂ ਆਪ ਨਾ ਕੱਢੇ, ਭਾਵ ਕਿ ਜਿਹਦੀ ਹਾਲੇ ਮੌਤ ਨਹੀਂ ਆਈ। ਦੋ ਪੱਖ ਜਿਹੜੇ ਪ੍ਰਮਾਤਮਾ ਦੇ ਕੋਲੇ, ਇੱਕ ਜਨਮ ਤੇ ਇੱਕ ਮੌਤ। ਜਿੰਨਾ ਸਮਾਂ ਵਾਹਿਗੁਰੂ ਵੱਲੋਂ ਮੌਤ ਨਹੀਂ ਆਈ, ਤਾ ਕੋ ਰਾਖਤ ਦੇ ਕਰ ਹਾਥ। ਉਹਨੂੰ ਕੋਈ ਦੁਨੀਆ ਦਾ ਬੰਦਾ ਮਾਰ ਨਹੀਂ ਸਕਦਾ, ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਜਾ ਕੋ ਰਾਖੈ ਸਾਈਆਂ ਮਾਰ ਸਕੈ ਨਾ ਕੋਈ। ਆਪਾਂ ਅਕਸਰ ਇਹ ਬਚਨ ਪੜ੍ਹਦੇ ਸੁਣਦੇ ਹਾਂ। ਤਾ ਕੋ ਰਾਖਤ ਦੇ ਕਰ ਹਾਥ। ਭਾਵੇਂ ਪਾਤਸ਼ਾਹ ਦੇ ਬਚਨ ਹਨ, ਜਾਮ ਗੁਰੂ ਹੋਏ ਵੱਲ ਧਨਹਿ ਕਿਆ ਗਾਰਵ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਜੇ ਗੁਰੂ ਵੱਲ ਹੈ ਤੇ ਭਾਵੇਂ ਲੱਖਾਂ ਦੀ ਸੈਨਾ ਚੜ੍ਹ ਕੇ ਆ ਜਾਵੇ, ਵਾਲ ਵਿੰਗਾ ਨਹੀਂ ਹੋ ਸਕਦਾ। ਤਾ ਕੋ ਰਾਖਤ ਦੇ ਕਰ ਹਾਥ। ਵਾਹਿਗੁਰੂ ਹੱਥ ਦੇ ਕੇ ਰੱਖ ਲੈਂਦੇ ਹਨ। ਮਾਨਸ ਜਤਨ ਕਰਤ ਬਹੁ ਭਾਤ। ਮਨੁੱਖ ਬੜੇ ਤਰ੍ਹਾਂ ਦੇ ਯਤਨ ਕਰਦਾ ਹੈ, ਬੜੇ ਹੱਥ ਪੈਰ ਮਾਰਦਾ ਹੈ, ਤਿਸ ਕੇ ਕਰਤਬ ਬਿਰਥੇ ਜਾਤ। ਮਹਾਰਾਜ ਜੀ ਕਹਿਣ ਲੱਗੇ, ਬਿਨਾਂ ਵਾਹਿਗੁਰੂ ਦੀ ਆਗਿਆ, ਬਿਨਾਂ ਵਾਹਿਗੁਰੂ ਦੇ ਹੁਕਮ ਤੋਂ ਕੀਤੇ ਹੋਏ ਜਿਹੜੇ ਕਾਰਜ ਨੇ ਉਹ ਸਾਰੇ ਵਿਅਰਥ ਹੀ ਹਨ। ਮਾਰੈ ਨਾ ਰਾਖੈ ਅਵਰ ਨਾ ਕੋਏ। ਨਾ ਕੋਈ ਮਾਰਨ ਵਾਲਾ ਹੈ ਤੇ ਨਾ ਕੋਈ ਰੱਖਣ ਵਾਲਾ ਹੈ, ਕੇਵਲ ਇੱਕ ਹੀ ਹੈ। ਸਰਬ ਜੀਆ ਕਾ ਰਾਖਾ ਸੋਏ। ਸਾਰਿਆਂ ਜੀਆਂ ਦਾ ਰਾਖਾ ਰੱਖਿਆ ਕਰਨ ਵਾਲਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਕਾਹੇ ਸੋਚ ਕਰਹਿ ਰੇ ਪ੍ਰਾਣੀ। ਇਸ ਕਰਕੇ ਮਹਾਰਾਜ ਜੀ ਸਮਝਾਉਂਦੇ ਨੇ ਕਿ ਹੇ ਭਾਈ, ਤੂੰ ਕਿਹੜੀ ਗੱਲੋਂ ਵਿਚਾਰਾਂ ਦੇ ਵਿੱਚ ਪਿਆ ਹੈ। ਜਪ ਨਾਨਕ ਪ੍ਰਭ ਅਲਖ ਵਡਾਣੀ। ਇਸ ਕਰਕੇ ਤੂੰ ਉਸ ਅਲਖ ਜਿਹਨੂੰ ਕੋਈ ਜਾਣ ਨਹੀਂ ਸਕਦਾ, ਜਿਹਦੀ ਕੇਵਲ ਵਡਿਆਈ ਹੀ ਕੀਤੀ ਜਾ ਸਕਦੀ ਹੈ, ਉਸ ਵਾਹਿਗੁਰੂ ਦਾ ਨਾਮ ਜਪ। ਬਾਰੰਬਾਰ ਬਾਰ ਪ੍ਰਭ ਜਪੀਐ। ਇੱਕ ਵਾਰ ਨਹੀਂ, ਵਾਰ-ਵਾਰ ਜਿੰਨਾ ਸਮਾਂ ਕੱਢਿਆ ਜਾ ਸਕੇ ਸਿਮਰੋ। ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਉਸ ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ। ਮਨ ਵਿੱਚ ਇਹ ਖਿਆਲ ਨਹੀਂ ਲਿਆਉਣੇ ਕਿ ਇਹਦੇ ਨਾਲ ਕੀ ਹੋਵੇਗਾ। ਸ਼ੁਰੂਆਤ ਜਿਹੜੀ ਹੈ ਉਹ ਤੋਤਾ ਰਟਣ ਹੀ ਕਰਨੀ ਪਵੇਗੀ, ਮੂੰਹ ਨਾਲ ਬੋਲ ਕੇ ਕਰਨਾ ਪਵੇਗਾ। ਜਦੋਂ ਕੁਝ ਕੁ ਦਿਨ ਬੋਲ ਕੇ ਸਿਮਰਨ ਕਰਾਂਗੇ, ਹੌਲੀ ਹੌਲੀ ਉਹ ਸਹਿਜ ਦੇ ਵਿੱਚ ਆ ਜਾਏਗਾ। ਜਦੋਂ ਸਹਿਜ ਵਿੱਚ ਆਵੇਗਾ, ਫਿਰ ਭਾਵੇਂ ਕੋਈ ਗੱਲਾਂ ਕਰੀ ਜਾਵੇ, ਭਾਵੇਂ ਕੋਈ ਦੁਨੀਆ ਦੀਆਂ ਬਾਤਾਂ ਚੱਲੀ ਜਾਣ, ਉਦੋਂ ਅੰਦਰ ਫਿਰ ਵਾਹਿਗੁਰੂ ਦਾ ਨਾਮ ਚੱਲ ਪੈਂਦਾ ਹੈ। ਪਰ ਸ਼ੁਰੂਆਤ ਦੇ ਵਿੱਚ ਸਾਨੂੰ ਉੱਚਾ ਬੋਲ ਕੇ ਹੀ ਕਰਨਾ ਪਵੇਗਾ, ਫਿਰ ਸਾਡਾ ਮਨ ਵੀ ਸੁਣੇਗਾ। ਇਉਂ ਸਤਿਗੁਰੂ ਜੀ ਕਹਿੰਦੇ, ਬਾਰੰਬਾਰ ਬਾਰ ਪ੍ਰਭ ਜਪੀਐ। ਵਾਰ-ਵਾਰ ਜਿੰਨਾ ਵੀ ਹੋ ਸਕੇ ਵਾਹਿਗੁਰੂ ਦਾ ਨਾਮ ਜਪੀਏ। ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਉਹ ਵਾਹਿਗੁਰੂ ਦੇ ਨਾਮ ਰਸ ਨੂੰ ਪੀ ਕਰਕੇ, ਅੰਮ੍ਰਿਤ ਰਸ ਨੂੰ ਪੀ ਕਰਕੇ ਹੀ ਤ੍ਰਿਪਤ ਹੋਣਾ ਕਰੀਏ।
ਹੋਰ ਜਿਹੜੇ ਦੁਨੀਆ ਦੇ ਰਸ ਕਸ ਨੇ ਉਹਨਾਂ ਨਾਲ ਤ੍ਰਿਪਤੀ ਨਹੀਂ ਆ ਸਕਦੀ। ਨਾਮ ਰਤਨ ਜਿਨ ਗੁਰਮੁਖ ਪਾਇਆ, ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਰਤਨ ਨੂੰ ਪਾ ਲਿਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਉਹਨਾਂ ਨੇ ਫਿਰ ਸੰਸਾਰ ਦੀ ਕਿਸੇ ਵੀ ਵਸਤੂ ਨੂੰ ਆਪਣੀ ਦ੍ਰਿਸ਼ਟੀ ਅੰਦਰ ਨਹੀਂ ਲਿਆਂਦਾ। ਭਾਵ ਕਿ ਕੇਵਲ ਵਾਹਿਗੁਰੂ ਦਾ ਨਾਮ ਹੀ ਉਹਨਾਂ ਲਈ ਉੱਤਮ ਹੈ। ਨਾਮ ਧਨ ਨਾਮੋ ਰੂਪ ਰੰਗ, ਉਹਨਾਂ ਲਈ ਵਾਹਿਗੁਰੂ ਦਾ ਨਾਮ ਹੀ ਅਸਲੀ ਧਨ ਹੈ। ਵਾਹਿਗੁਰੂ ਦਾ ਨਾਮ ਹੀ ਰੂਪ ਹੈ। ਵਾਹਿਗੁਰੂ ਦਾ ਨਾਮ ਹੀ ਰੰਗ ਹੈ। ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਕਰਕੇ ਹੀ ਸਾਰੇ ਸੁੱਖ ਹਨ ਤੇ ਵਾਹਿਗੁਰੂ ਦੇ ਨਾਮ ਦਾ ਹੀ ਸੰਗ ਹਮੇਸ਼ਾ ਲੋਚਦੇ ਹਨ। ਨਾਮ ਰਸ ਜੋ ਜਨ ਤ੍ਰਿਪਤਾਨੇ, ਜਿਹੜੇ ਸੇਵਕ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਤਦਾਕਾਰ ਹੋ ਗਏ, ਅਭੇਦ ਹੋ ਗਏ, ਮਨ ਤਨ ਨਾਮ ਹੈ ਨਾਮ ਸਮਾਨੇ। ਮਨ ਕਰਕੇ ਤਨ ਕਰਕੇ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਸਮਾ ਗਏ। ਉਠਤ ਬੈਠਤ ਸੋਵਤ ਨਾਮ, ਉਹ ਹੁਣ ਉੱਠਦੇ ਬਹਿੰਦੇ ਸੌਂਦੇ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਅਭੇਦ ਹਨ। ਕਹੋ ਨਾਨਕ ਜਨ ਕੈ ਸਦ ਕਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੇਵਕ ਜੋ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਾ ਹੋਇਆ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ, ਇਹ ਉਹਦੇ ਕੰਮ ਹਨ। ਬੋਲੋ ਜਸ ਜਿਹਬਾ ਦਿਨ ਰਾਤ, ਬੋਲੋ ਜਸ ਜਿਹਬਾ ਇੱਥੇ ਵਿਸ਼ਰਾਮ ਲੱਗੇਗਾ। ਹੈ ਭਾਈ, ਇਸ ਜਿਹਬਾ ਦੇ ਨਾਲ ਹਰ ਵੇਲੇ ਉਸ ਵਾਹਿਗੁਰੂ ਦਾ ਜਸ ਬੋਲੋ, ਵਾਹਿਗੁਰੂ ਦੀ ਵਡਿਆਈ ਕਰੋ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਪ੍ਰਭ ਆਪਣਾ ਜਨ ਕੀਨੀ ਦਾਤ, ਇਹ ਵਾਹਿਗੁਰੂ ਨੇ ਇਹ ਦਾਤ ਬਖਸ਼ਿਸ਼ ਕੀਤੀ ਹੋਈ ਹੈ। ਜਿੰਨੇ ਵੀ ਕਰਮ ਇੰਦਰੇ ਜਾਂ ਗਿਆਨ ਇੰਦਰੇ ਵਾਹਿਗੁਰੂ ਨੇ ਬਖਸ਼ੇ ਨੇ, 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ ਵਾਹਿਗੁਰੂ ਨੇ ਬਖਸ਼ੇ ਹੈ। ਪਾਤਸ਼ਾਹ ਨੇ ਬਚਨ ਵੀ ਕੀਤੇ ਹਨ। 10 ਵਸਤੂਲੇ ਪਾਛੈ ਪਾਵੈ, ਇੱਕ ਵਸਤ ਕਾਰਨ ਬਿਖੋਟ ਗਵਾਵੈ। ਇੱਕ ਭੀ ਨਾ ਦੇ 10 ਭੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ। ਇਹ 10 ਵਸਤੂਆਂ ਵਾਹਿਗੁਰੂ ਨੇ ਸਾਨੂੰ ਦਿੱਤੀਆਂ ਤੇ ਨਾਲ ਇਹ ਕਿਹਾ 11ਵੀਂ ਜਿਹੜੀ ਵਸਤੂ ਹੈ ਮਨ। ਮਹਾਰਾਜ ਨੇ ਕਿਹਾ ਇਹ 10 ਤੂੰ ਆਪਦੇ ਕੋਲ ਰੱਖਣੀਆਂ, ਮਨ ਮੈਨੂੰ ਦੇ ਦੇਣਾ ਹੈ। ਜਦੋਂ ਆਪਾਂ ਮਨ ਵਾਹਿਗੁਰੂ ਨੂੰ ਦੇ ਦਾਂਗੇ ਤੇ ਇਹ ਜਿਹੜੇ 10 ਵਸਤੂਆਂ ਵਾਹਿਗੁਰੂ ਨੇ ਬਖਸ਼ੀਆਂ ਇਹ ਵੀ ਨਾਮ ਦੇ ਵਿੱਚ ਜੁੜ ਜਾਣਗੀਆਂ। ਪਰ ਜਦੋਂ ਇਹ ਮਨ ਅਸੀਂ ਵਾਹਿਗੁਰੂ ਨੂੰ ਨਾ ਅਰਪਣ ਕਰ ਸਕੇ ਤੇ ਇਹ ਜਿਹੜੀਆਂ 10 ਵਸਤੂਆਂ ਹੈ ਕਰਮ ਇੰਦਰੇ ਤੇ ਗਿਆਨ ਇੰਦਰੇ, ਇਹ ਵੀ ਸੰਸਾਰ ਦੇ ਵਿੱਚ ਭੱਜੇ ਫਿਰਦੇ ਹਨ। ਸੋ ਇਉਂ ਜੀਵ ਜਿਹੜਾ ਹੈ ਵਾਹਿਗੁਰੂ ਤੋਂ ਮੁਨਕਰ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਦੱਸਦੇ ਹਨ, ਕਰਹਿ ਭਗਤ ਆਤਮ ਕੈ ਚਾਏ, ਜਿਹੜਾ ਜੀਵ ਚਾਅ ਦੇ ਨਾਲ ਵਾਹਿਗੁਰੂ ਦੀ ਭਗਤੀ ਕਰਦਾ ਹੈ, ਪ੍ਰਭ ਆਪਣੇ ਸਿਉ ਰਹੇ ਸਮਾਏ। ਉਹ ਆਪਣੇ ਵਾਹਿਗੁਰੂ ਦੇ ਵਿੱਚ ਸਮਾ ਜਾਂਦੇ ਹਨ। ਜੋ ਹੋਆ ਹੋਵਤ ਸੋ ਜਾਣੈ, ਜੋ ਵੀ ਹੁੰਦਾ ਹੈ ਉਹ ਵਾਹਿਗੁਰੂ ਦੇ ਭਾਣੇ ਵਿੱਚ ਹੋਇਆ ਹੀ ਸਮਝਦੇ ਹਨ। ਪ੍ਰਭ ਆਪਣੇ ਕਾ ਹੁਕਮ ਪਛਾਨੈ, ਆਪਣੇ ਵਾਹਿਗੁਰੂ ਦਾ ਹੁਕਮ ਮੰਨਦੇ ਹਨ। ਤਿਸ ਕੀ ਮਹਿਮਾ ਕੌਣ ਬਖਾਨੋ, ਕਹਿਣ ਲੱਗੇ ਉਸ ਪਰਮਾਤਮਾ ਦੀ ਮਹਿਮਾ ਨੂੰ ਕੌਣ ਬਿਆਨ ਕਰ ਸਕਦਾ ਹੈ। ਤਿਸ ਕਾ ਗੁਣ ਕਹਿ ਹੋਏ ਏਕ ਨਾ ਜਾਣੋ, ਕਹਿਣ ਲੱਗੇ ਉਸ ਵਾਹਿਗੁਰੂ ਦਾ ਏਕ ਜੀਹ ਕਿਆ ਬਖਾਨੈ। ਹਾਂ ਕੇ ਬਲ 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 ਸਦ ਬਲਿਹਾਰ, ਉਸ ਵਾਹਿਗੁਰੂ ਦਾ ਇੱਕ ਗੁਣ ਵੀ ਨਹੀਂ ਕਥਨ ਕੀਤਾ ਜਾ ਸਕਦਾ। 8 ਪਹਿਰ ਪ੍ਰਭ ਬਸਹਿ ਹਜੂਰੇ, ਉਹ ਵਾਹਿਗੁਰੂ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਵਾਹਿਗੁਰੂ ਦਾ ਨਾਮ ਜਪਣ ਵਾਲੇ ਜੋ ਸੇਵਕ ਜਨ ਹਮੇਸ਼ਾ 8 ਪਹਿਰ ਇੱਕ ਤੇ ਲਿਵੈ ਮੰਨੇਨ ਹੁਕਮ ਅਪਾਰ, ਹਮੇਸ਼ਾ ਵਾਹਿਗੁਰੂ ਨੂੰ ਅੰਗ ਸੰਗ ਜਾਣਦੇ ਹਨ। ਕਹੋ ਨਾਨਕ ਸਈ ਜਨ ਪੂਰੇ, ਤੇ ਜਿਨ੍ਹਾਂ ਨੇ ਇਉਂ ਵਾਹਿਗੁਰੂ ਨੂੰ ਹਰ ਵੇਲੇ ਅੰਗ ਸੰਗ ਸਮਝਿਆ, ਮਹਾਰਾਜ ਜੀ ਕਹਿਣ ਲੱਗੇ ਉਹ ਸੇਵਕ ਪੂਰੇ ਹਨ। ਮਨ ਮੇਰੇ ਤਿਨ ਕੀ ਓਟ ਲੇ, ਹੇ ਮੇਰੇ ਮਨ ਉਸ ਵਾਹਿਗੁਰੂ ਦੀ ਓਟ ਨੂੰ ਲੈਣਾ ਕਰ, ਭਾਵ ਸ਼ਰਨ ਗ੍ਰਹਿਣ ਕਰ। ਮਨ ਤਨ ਆਪਣਾ ਆਪਣਾ ਤਿਨ ਜਨ ਮਨ ਤਨ ਆਪਣਾ ਤਿਨ ਜਨ ਦੇ, ਆਪਣਾ ਮਨ ਤੇ ਤਨ ਉਸ ਪਰਮਾਤਮਾ ਨੂੰ ਦੇਣਾ ਕਰ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਜਿਸ ਸੇਵਕ ਨੇ ਆਪਣੇ ਮਾਲਕ ਪ੍ਰਭੂ ਨੂੰ ਜਾਣ ਲਿਆ, ਸੋ ਜਨ ਸਰਬ ਥੋਕ ਕਾ ਦਾਤਾ। ਉਹ ਜਿਹੜਾ ਸੇਵਕ ਹੈ ਸਾਰੀਆਂ ਵਸਤੂਆਂ ਦਾ ਮਾਲਕ ਬਣ ਗਿਆ, ਵੱਡੀਆਂ ਵਡਿਆਈਆਂ ਮਿਲ ਗਈਆਂ। ਤਿਸ ਕੀ ਸਰਨ ਸਰਬ ਸੁਖ ਪਾਵਹਿ, ਉਸ ਸੇਵਕ ਦੀ ਸ਼ਰਨ ਵਿੱਚ, ਕਿਉਂਕਿ ਉਹ ਵੱਡੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਹੈ
ਤੇ ਫਿਰ ਉਸ ਸੇਵਕ ਦੀ ਸ਼ਰਨ ਵਿੱਚ ਵੀ ਸਾਰੇ ਸੁੱਖ ਹਨ। ਤਿਸ ਕੈ ਦਰਸ ਸਭ ਪਾਪ ਮਿਟਾਵਹਿ। ਉਹਨਾਂ ਸੇਵਕਾਂ ਦੇ ਦਰਸ਼ਨਾਂ ਦੇ ਨਾਲ ਹੀ ਸਾਰੇ ਪਾਪ ਮਿਟ ਜਾਂਦੇ ਹਨ। ਅਵਰ ਸਿਆਣਪ ਸਗਲੀ ਛਾੜ। ਹੇ ਮੇਰੇ ਮਨਾ ਬਾਕੀ ਸਭ ਸਿਆਣਪਾਂ ਛੱਡ ਦੇ। ਤਿਸ ਜਨ ਕੀ ਤੂੰ ਸੇਵਾ ਲਾਗ। ਐਸੇ ਸੇਵਕ ਦੀ ਤੂੰ ਸੇਵਾ ਦੇ ਵਿੱਚ ਹਾਜ਼ਰ ਹੋ ਜਾ। ਆਵਨ ਜਾਨ ਨਾ ਹੋਵੀ ਤੇਰਾ। ਤੇਰਾ ਆਉਣਾ ਜਾਣਾ ਸੰਸਾਰ ਤੋਂ ਖਤਮ ਹੋ ਜਾਏਗਾ। ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਨੂੰ ਵਡਿਆਈਆਂ ਦਿੰਦੇ ਹੋਏ ਕਹਿ ਰਹੇ ਹਨ ਕਿ ਐਸੇ ਸੇਵਕਾਂ ਦੇ ਹਮੇਸ਼ਾ ਚਰਨਾਂ ਦੀ ਪੂਜਾ ਕਰੋ, ਨਮਸਕਾਰ ਕਰੋ, ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਵੋ। ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਭੁੱਲਾਂ ਗਲਤ